ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਜਾਮ ਗੁਰੂ ਹੋਏ ਵੱਲ ਤਨਹਿ ਕਿਆ ਗਰਵ ਦੀਜੈ ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨਿਨ ਪਰ ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸਚੈ ਘਰ ਜੋ ਗੁਰੂ ਗੁਰੂ ਅਹਨਿਸ ਜਪੈ ਦਾਸ ਭੱਟ ਬੇਨਤ ਕਹੈ ਜੋ ਗੁਰੂ ਨਾਮ ਰਿਤ ਮੈਂ ਧਰੈ ਸੋ ਜਨਮ ਮਰਨ ਦੋਹੂੰ ਥੈ ਰਹੈ ਜੋ ਗੁਰੂ ਗੁਰੂ ਅਹਨਿਸ ਜਪੈ ਦਾਸ ਭੱਟ ਬੇਨਤ ਕਹੈ ਜੋ ਗੁਰੂ ਨਾਮ ਰਿਦ ਮੈਂ ਧਰੈ ਸੋ ਜਨਮ ਮਰਨ ਦੋਹੂੰ ਥੈ ਰਹੈ ਵਾਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਜੁਗ ਜੁਗ ਅਟਲ ਸਤਿਗੁਰੂ ਗੁਰਗੱਦੀ ਤੇ ਸੁਭਾਈਮਾਨ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਮੁਬਾਰਕ ਅੰਮ੍ਰਿਤਮਈ ਹਜ਼ੂਰੀ ਵਿਖੇ ਸਰਬੰਸ ਦਾਨੀ ਅੰਮ੍ਰਿਤ ਦੇ ਦਾਤੇ ਸਾਹਿਬੇ ਕਮਾਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦੇ ਰਾਤਰੀ ਦੇ ਸੱਜੇ ਹੋਏ ਦੀਵਾਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਰੂਪ ਸਾਧ ਸੰਗਤ ਸਤਿਗੁਰੂ ਜੀ ਨੇ ਬੇਅੰਤ ਰਹਿਮਤਾਂ ਬਖਸ਼ਿਸ਼ਾਂ ਵਰਤਾਈਆਂ ਹਨ। ਆਪਣੀ ਪਾਵਨ ਸੁਭਾਗ ਗੋਦ ਦੀ ਦਾਤ ਅੰਮ੍ਰਿਤਮਈ ਦਰਬਾਰ ਦੀ ਦਾਤ ਬਖਸ਼ੀ ਹੈ। ਗੁਰਬਾਣੀ ਕੀਰਤਨ ਦਾ ਆਨੰਦ ਆਪ ਜੀ ਨੇ ਮਾਣਿਆ। ਉਪਰੰਤ ਆਓ ਮਿੱਥੇ ਹੋਏ ਸਮੇਂ ਮੁਤਾਬਕ ਦਸਮ ਪਾਤਸ਼ਾਹ ਜੀ ਦੀਆਂ ਵਡਿਆਈਆਂ ਦੀ ਵਿਚਾਰ ਦੀ ਸਾਂਝ ਪਾਈਏ। ਸਭ ਤੋਂ ਪਹਿਲਾਂ ਸਾਹਿਬ ਜੀਆਂ ਨੇ ਜੋ ਸਾਨੂੰ ਫਤਿਹ ਦੀ ਦਾਤ ਬਖਸ਼ਿਸ਼ ਕੀਤੀ ਹੈ, ਗੱਜ ਵੱਜ ਕੇ ਪ੍ਰਵਾਨ ਕਰੋ। ਅਦਬ ਪਿਆਰ ਸਤਿਕਾਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬੇ ਕਮਾਲ ਦਸਮ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦਾ ਪਾਵਨ ਪ੍ਰਕਾਸ਼ ਪਟਨਾ ਸਾਹਿਬ ਦੀ ਸੁਭਾਗੀ ਧਰਤੀ ਤੇ ਸੰਨ 1666 ਚ 22 ਦਸੰਬਰ ਪੋਹ ਸੁਦੀ 7ਵੀਂ 23 ਪੋਹ ਨੂੰ ਹੋਇਆ।
ਔਰ ਧੰਨ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਚਪਨ ਦਾ ਜੋ ਸਮਾਂ ਹੈ ਉਹ ਇੱਥੇ ਹੀ ਪਟਨਾ ਸਾਹਿਬ ਦੀ ਧਰਤੀ ਤੇ ਬਤੀਤ ਹੋਇਆ ਹੈ। 3-4 ਮੁੱਖ ਸ਼ਹਿਰ ਹਨ, ਨਗਰ ਹਨ, ਜਿਨ੍ਹਾਂ 'ਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਿਚਰੇ ਹਨ। ਪਹਿਲਾ ਜ਼ਿੰਦਗੀ ਦਾ ਪੜਾਅ ਪਟਨਾ ਸਾਹਿਬ, ਦੂਜੇ ਨੰਬਰ 'ਤੇ ਸ਼੍ਰੀ ਅਨੰਦਪੁਰ ਸਾਹਿਬ, ਤੀਜੇ ਨੰਬਰ 'ਤੇ ਪੌਂਟਾ ਸਾਹਿਬ, ਚੌਥੇ ਨੰਬਰ 'ਤੇ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ, ਔਰ ਪੰਜਵੇਂ ਨੰਬਰ 'ਤੇ ਹੈ ਅਬਚਲ ਨਗਰ ਨਦੇੜ ਹਜੂਰ ਸਾਹਿਬ। ਧੰਨ ਗੁਰੂ ਕਲਗੀਧਰ ਮਹਾਰਾਜ ਜੀ ਦੀ ਮਹਾਨ ਸ਼ਖਸੀਅਤ ਜਿਸ ਵੀ ਸੰਸਾਰ ਦੇ ਵਿਦਵਾਨ ਨੇ ਗੁਰੂ ਮਹਾਰਾਜ ਜੀ ਦੀ ਉਸ ਸ਼ਖਸੀਅਤ ਦੇ ਦਰਸ਼ਨ ਕੀਤੇ ਹਨ, ਜੀਵਨ ਨੂੰ ਪੜ੍ਹਿਆ ਹੈ, ਸੁਣਿਆ ਹੈ, ਵਿਚਾਰਿਆ ਹੈ। ਸਤਿਗੁਰਾਂ ਦੀ ਵਡਿਆਈ ਕੀਤੇ ਤੋਂ ਬਿਨਾਂ ਉਹ ਰਹਿ ਨਹੀਂ ਸਕਿਆ। ਔਰ ਯੋਗੀ ਅੱਲਾ ਯਾਰ ਖਾਂ ਜਿੱਥੇ ਗੁਰੂ ਮਹਾਰਾਜ ਜੀਆਂ ਦੇ 4 ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਸਥਾਨ ਲਿਖਦੇ ਹਨ, ਗੰਜੇ ਸ਼ਹੀਦਾਂ ਔਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਉਹਨਾਂ ਨੇ ਲਿਖੀ, ਸ਼ਹੀਦਾਨੇ ਵਫਾ। ਉਹਨਾਂ ਦੇ ਕਹੇ ਹੋਏ ਬਚਨ ਹਰ ਸਿੱਖ ਦੀ ਜ਼ੁਬਾਨ ਤੇ ਹਨ ਕਿ ਕਰਤਾਰ ਕੀ ਸੁਗੰਧ व ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਤਾਰੀਫ ਗੋਬਿੰਦ ਕੀ ਵੋ ਕਮ ਹੈ। ਜਿੰਨੀਆਂ ਵੀ ਦਸਮ ਪਾਤਸ਼ਾਹ ਜੀ ਦੀਆਂ ਵਡਿਆਈਆਂ ਕਰੀਏ ਉਹ ਥੋੜ੍ਹੀਆਂ ਹਨ। ਤੇ ਉਹਨਾਂ ਦੇ ਬਰਾਦਰੀ ਵਾਲੇ ਕਹਿਣ ਲੱਗੇ ਕਿ ਤੁਸੀਂ ਮੁਸਲਮਾਨ ਹੋ ਕੇ ਤੇ ਸਿੱਖਾਂ ਦੇ ਗੁਰੂ ਦੀ ਵਡਿਆਈ ਕਰਦੇ ਜੇ। ਮੁਹੰਮਦ ਸਾਹਿਬ ਦੀ ਸਿਫਤ 'ਚ ਜੋ ਮਰਜ਼ੀ ਲਿਖਦੇ, ਸਾਨੂੰ ਕੋਈ ਇਤਰਾਜ਼ ਨਹੀਂ। ਹਸਨ ਹੁਸੈਨ ਦੀ ਵਡਿਆਈ 'ਚ ਤੁਸੀਂ ਲਿਖਦੇ, ਸਾਨੂੰ ਕੋਈ ਇਤਰਾਜ਼ ਨਹੀਂ। ਪਰ ਆਪਣੇ ਪੈਗੰਬਰਾਂ ਨੂੰ ਛੱਡ ਕੇ ਤੇ ਵਡਿਆਈ ਤੁਸੀਂ ਕਿਸੇ ਹੋਰ ਦੀ ਕਰ ਰਹੇ ਜੇ। ਦਾਸਤਾਨ ਤੁਸੀਂ ਕਿਸੇ ਹੋਰ ਦੇ ਬੱਚਿਆਂ ਦੀ ਲਿਖ ਰਹੇ ਜੇ। ਜਾਂ ਤੇ ਆਪਣੇ ਕਹੇ ਹੋਏ ਬੋਲ ਵਾਪਸ ਲੈ ਲਵੋ ਜੋ ਗੁਰੂ ਗੋਬਿੰਦ ਸਿੰਘ ਜੀ ਦੀ ਉਪਮਾ 'ਚ ਤੁਸੀਂ ਕਹੇ ਹਨ, ਜਾਂ ਤੁਹਾਡਾ ਸਮਾਜ ਤੋਂ ਬਾਈਕਾਟ ਕਰ ਦੇਵਾਂਗੇ। ਜੋਗੀ ਅੱਲਾ ਯਾਰ ਖਾਂ ਨੂੰ ਜਦੋਂ ਉਹਨਾਂ ਨੇ ਇਹ ਕਿਹਾ ਤੇ ਜੋਗੀ ਅੱਲਾ ਯਾਰ ਖਾਂ ਕਹਿਣ ਲੱਗੇ ਤੁਸੀਂ ਬਾਈਕਾਟ ਕਰੋ ਨਾ ਕਰੋ, ਗੱਲ ਵੱਖਰੀ ਹੈ। ਤੁਹਾਡੀਆਂ ਨਜ਼ਰਾਂ 'ਚ ਕਹੇ ਹੋਏ ਮੇਰੇ ਬੋਲ ਪ੍ਰਵਾਨ ਹੋਣ ਨਾ ਹੋਣ, ਇਹ ਵੀ ਇੱਕ ਵੱਖਰੀ ਗੱਲ ਹੈ। ਪਰ ਜੋ ਮੈਂ ਕਿਹਾ ਹੈ ਉਹ ਸੱਚ ਕਿਹਾ ਹੈ। ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਦੀ ਵਡਿਆਈ 'ਚ ਇੱਕ ਲਫ਼ਜ਼ ਵੀ ਮੈਂ ਵਧਾ ਚੜਾ ਕੇ ਨਹੀਂ ਕਿਹਾ। ਉਹ ਕਹਿਣ ਲੱਗੇ ਇਨਸਾਫ ਕਰੇ ਜ਼ਦੀ ਜ਼ਮਾਨਾ ਤੋਂ ਕਹਿ ਦੋ ਯਕੀਨ ਹੈ। ਕਿਉਂਕਿ ਵੇਖੋ, ਇੱਕ ਇਨਸਾਫ ਵਾਲੀ ਨਜ਼ਰ ਮਨੁੱਖ ਦੀ ਹੋਣੀ ਬੜੀ ਜ਼ਰੂਰੀ ਹੈ। ਸਾਡੇ ਮਨ ਅੰਦਰ 2 ਤਰ੍ਹਾਂ ਦੀ ਬਿਰਤੀ ਭਾਰੂ ਹੁੰਦੀ ਹੈ। ਇੱਕ ਕਿਸੇ ਪ੍ਰਤੀ ਮੋਹ ਵਾਲੀ, ਪਿਆਰ ਵਾਲੀ ਬਿਰਤੀ, ਇੱਕ ਕਿਸੇ ਪ੍ਰਤੀ ਈਰਖਾ ਵਾਲੀ, ਕ੍ਰੋਧ ਵਾਲੀ ਬਿਰਤੀ। ਹੋਏ ਸਾਡਾ ਸੱਜਣ, ਸਾਡਾ ਆਪਣਾ, ਜਿੰਨਾ ਮਰਜ਼ੀ ਮਾੜਾ ਹੋਵੇ ਅਸੀਂ ਉਹਦੀ ਵਡਿਆਈ ਕਰਦੇ ਹਾਂ, ਉਹਦੀ ਤਾਰੀਫ, ਉਹਦੀਆਂ ਬੁਰਾਈਆਂ ਨੂੰ ਵੀ, ਮਿੱਤਰ ਦੀਆਂ ਬੁਰਾਈਆਂ ਨੂੰ ਵੀ ਬੰਦਾ ਚੰਗਿਆਈਆਂ ਬਣਾ ਬਣਾ ਕੇ ਪੇਸ਼ ਕਰੇਗਾ, ਕਿਉਂਕਿ ਪਿਆਰ ਹੈ, ਮਿੱਤਰ ਹੈ, ਸਾਂਝ ਹੈ, ਆਪਣਾ ਹੈ। ਹੋਵੇ ਕੋਈ ਦੁਸ਼ਮਣ, ਕੋਈ ਬਗਾਨਾ, ਤੇ ਉਹਦੀਆਂ ਚੰਗਿਆਈਆਂ ਵੀ ਲੋਕ ਬੁਰਾਈਆਂ ਬਣਾ ਬਣਾ ਕੇ ਪੇਸ਼ ਕਰਦੇ ਹਨ। ਇਹ ਸੱਚ ਹੈ। ਜਿਹਦੇ ਨਾਲ ਨਾ ਬਣਦੀ ਹੋਵੇ ਉਹਦੇ ਗੁਣ ਵੀ ਸਾਨੂੰ ਅਵਗਣ ਲੱਗਦੇ ਨੇ, ਤੇ ਜਿਹਦੇ ਨਾਲ ਬਣਦੀ ਹੈ ਉਹਦੇ ਅਵਗਣ ਵੀ ਸਾਨੂੰ ਗੁਣ ਲੱਗਦੇ ਹਨ। ਤੇ ਜੋਗੀ ਜੀ ਕਹਿਣ ਲੱਗੇ ਵੇਖੋ, ਮੈਂ ਗੱਲ ਕੋਈ ਵਧਾ ਚੜਾ ਕੇ ਨਹੀਂ ਕੀਤੀ ਹੈ। ਕਿਸੇ ਦੇ ਮਨ 'ਚ ਈਰਖਾ ਹੋਵੇ ਗੁਰੂ ਗੋਬਿੰਦ ਸਿੰਘ ਪ੍ਰਤੀ, ਮੈਂ ਕਹਿ ਨਹੀਂ ਸਕਦਾ। ਕਿਸੇ ਦੇ ਮਨ ਅੰਦਰ ਮੋਹ ਹੋਵੇ ਗੁਰੂ ਗੋਬਿੰਦ ਸਿੰਘ ਪ੍ਰਤੀ, ਪ੍ਰੇਮ ਹੋਵੇ ਗੁਰੂ ਗੋਬਿੰਦ ਸਿੰਘ ਪ੍ਰਤੀ, ਮੈਂ ਕਹਿ ਨਹੀਂ ਸਕਦਾ। ਪਰ ਮੈਂ ਇੰਨੀ ਗੱਲ ਕਹਿ ਸਕਦਾ, ਜੇ ਕੋਈ ਬਿਲਕੁਲ ਇਨਸਾਫ ਦੀ ਨਜ਼ਰ ਦੇ ਨਾਲ ਵੇਖੇ, ਬਿਲਕੁਲ ਨਿਆਂ ਵਾਲੀ ਨਜ਼ਰ ਦੇ ਨਾਲ ਵੇਖੇ,
ਤੇ ਫਿਰ ਇਹ ਗੱਲ ਕਬੂਲ ਕਰਨੀ ਪਵੇਗੀ। ਇਨਸਾਫ ਕਰੇ ਜ਼ਦੀ ਜ਼ਮਾਨਾ तो कह दो यकीन है गुरु गोबिंद सिंह का कोई सानी ही नहीं है। कोई दूजी इदां दी शख्सियत नहीं है जिहदी असीं तुलना करके कह सकीए कि गुरु गोबिंद सिंह साहब दी शख्सियत इहदे वर्गी है। भाई नंद लाल जी का एक बड़ा प्यारा बचन चेते आया। वो कहंदे धन गुरु कलगीधर महाराज अक्सर लोग तुहाडी वडियाई करते ने, मैं सुनदा हाँ वडियाइयां करदियां नूं। वो कहंदे हन कि गुरु गोबिंद सिंह महाराज जी दे चेहरे दा नूर इदां है जिवें सूरज दा प्रताप है। जिवें सूरज वाले पासे तकिया नहीं जा सकता लगातार, इसे तरह गुरु गोबिंद सिंह साहब दे स्वरूप चेहरे वाले पासे लगातार तकिया नहीं जा सकता। वो तुहाडी वडियाई करते ने ते तुहाडे स्वरूप दी चेहरे दे नूर दी शख्सियत दी तुलना सूरज दे नाल करते ने, सूरज दे प्रताप दे नाल। पर भाई नंद लाल कहंदे महाराज मैं इहदे नाल सहमत नहीं हाँ। मैनू इदां महसूस हुंदा है कि जिवें इह इंसाफ नहीं कीता जा रहा है। हुण वेखो भाई नंद लाल गुरु घर दे बड़े उच्च कोटि दे विद्वान हन, बड़े उच्च कोटि दे विद्वान। औरंगजेब दे बच्चियां नूं पढ़ाउण वाले विद्वान। आनंदपुर साहब दसम पातशाह जी दे चरनां च आ गए ते इत्थे कित्थे औरंगजेब दे बच्चियां नूं पढ़ाउंदे सन। अपना जूठा बर्तन उन्हां नूं चुकना नहीं सी पैंदा, नौकर चाकर सन। पर इत्थे आनंदपुर आके उन्होंने बर्तनां दी सेवा की, जूठे बर्तन मांजण दी सेवा। उन्होंने गुरु के लंगरां दी सेवा की। एक जगह ते भाई नंद लाल ही लंगर दा सारा प्रबंध चलाया करते सन। ते किसे ने दिल्ली च भी नंद लाल दा प्रताप ते प्रभाव वेख्या सी। आनंदपुर जूठे भांडे मांजदियां वेख के कहण लगे नंद लाल जी ये की किन्ना उत्थे सुख माणदे सी, इत्थे जूठे भांडे धोंदे पए जे। ते भाई नंद लाल कहण लगे ओए भोलिया तेनू की पता गुरु नानक गुरु गोबिंद सिंह दे घर दी सेवा दी की वडियाई है। वो भाई नंद लाल बहुत उच्च कोटि दे विद्वान जदों गुरु महाराज जी दे दरबार दे विच आए सन ते अपनी विद्वता दा जोर उदों पहलां विखा चुके सन। एक किताब उन्होंने लिखी सी जिहड़ी गुरु गोबिंद सिंह जी नूं भेंट कीती, जिहदा नाम सी बंदगी नामा। भाई नंद लाल जी ने पुस्तक लिखी, महाराज नूं भेंट कीती, नाम बंदगी नामा। सतगुरु सच्चे पातशाह जी ने वो पुस्तक पढ़ी। महाराज ने जिथे नंद लाल दी वडियाई कीती विद्वता दी, उत्थे सतगुरु कहण लगे इहदा नाम बंदगी नामा नहीं, इहदा नाम जिंदगी नामा होना चाहिए है। ते जिंदगी नूं सेध देण वाली ज्ञान भरपूर पुस्तक है। खैर वो भाई नंद लाल कहंदे लोग गुरु गोबिंद सिंह साहब दी वडियाई करते ने। एक भाई नंद लाल जी दे जीवन की होर घटना सांझी कर लवां, उदों बाद इस गल ते आपां आउंदे हां। कहंदे आनंदपुर साहब जंग चल रहा सी ते गुरु के सिख बड़ी बहादरी दे नाल बाहर मैदानी जंग दे विच जूझदे पए सन। किले दी दीवार ते खलो के भाई नंद लाल ने वेख्या सिख किदां वीर रस दे नाल मुकाबला कर रहे ने। मन च एक जज्बा एक जोश जागया, वलवले हाथ च शमशीर फड़ी ते भाई नंद लाल भी मैदानी जंग वाले पासे तुर पे। मैं भी मैदानी जंग च जावांगा, जोर विखावांगा, मरांगा मारांगा, बड़े जोश च। ते धन गुरु कलगीधर महाराज ने वेख्या, सतगुरां आवाज़ मारी नंद लाल कित्थे चले हो। ते भाई नंद लाल कहण लगे महाराज मैं मैदानी जंग च चलिया हाँ जूझण दे लई, अपने बाकी भाइयों की तरह मैं भी मैदानी जंग च जावांगा, लड़ांगा, भावें शहादत दा जाम पीना पवे कोई परवाह नहीं है। महाराज ने वेख्या नंद लाल बड़े जोश च है, बड़े वीर रस च है। धन गुरु कलगीधर महाराज कहण लगे इधर साडे पास आओ। भाई नंद लाल सतगुरां दे कोल आए। महाराज ने थापड़ा दिता पर हाथ चो शमशीर फड़ लई। ओ गुरु कलगीधर महाराज जेड़े सब नूं कहिंदे हन कि बिना तेग केसंग नरंग भेड़ जानो,
ਗਹੋ ਕਾਨ ਤਾਕੈ ਕਿਤੇ ਲੈ ਸਿਧਾਨੋ, ਇਹ ਮੋਰ ਆਗਿਆ ਸੁਣੋ ਹੈ ਪਿਆਰੇ, ਬਿਨਾ ਤੇਗ ਕੇ ਸੰਗ ਦੇਉ ਨਾ ਦਿਦਾਰੇ। ਜਿਨ੍ਹਾਂ ਨੇ ਸਾਨੂੰ ਸ਼ਸਤਰ ਧਾਰੀ ਬਣਾਇਆ। ਮਹਾਰਾਜ ਨੇ ਭਾਈ ਨੰਦ ਲਾਲ ਦੇ ਹੱਥ 'ਚੋਂ ਕਿਰਪਾਨ ਪਕੜ ਲਈ ਤੇ ਹੱਥ ਦੇ ਵਿੱਚ ਕਲਮ ਫੜਾ ਦਿੱਤੀ। ਸਤਿਗੁਰੂ ਕਹਿਣ ਲੱਗੇ, ਭਾਈ ਨੰਦ ਲਾਲ ਜੀ, ਤੁਹਾਡੇ ਜਜ਼ਬਿਆਂ ਦੀ ਅਸੀਂ ਕਦਰ ਕਰਦੇ ਹਾਂ, ਤੁਹਾਡੇ ਜੋਸ਼ ਦੀ, ਵੀਰ ਰਸ ਦੀ ਅਸੀਂ ਕਦਰ ਕਰਦੇ ਹਾਂ, ਪਰ ਤੁਸੀਂ ਗੁਰੂ ਘਰ ਦੇ ਕਵੀ ਹੋ, ਗੁਰੂ ਘਰ ਦੇ ਵਿਦਵਾਨ ਹੋ, ਤੁਹਾਡੇ ਹੱਥ ਦੇ ਵਿੱਚ ਸ਼ਮਸ਼ੀਰ ਨਹੀਂ, ਤੁਹਾਡੇ ਹੱਥ ਦੇ ਵਿੱਚ ਕਲਮ ਜੱਚਦੀ ਹੈ। ਕਿਉਂਕਿ ਤੁਹਾਡੇ ਵਰਗਾ ਵਿਦਵਾਨ ਕਲਮ ਚਲਾਵੇ ਤੇ ਮੈਦਾਨੇ ਜੰਗ ਦੇ ਵਿੱਚ ਜੂਝਣ ਵਾਲੇ ਹਜ਼ਾਰਾਂ ਸੂਰਬੀਰ ਪੈਦਾ ਕਰ ਸਕਦਾ ਹੈ, ਪਰ ਸੱਚ ਇਹ ਹੈ, ਹਜ਼ਾਰਾਂ ਸੂਰਮੇ ਵੀ ਰਲ ਕੇ ਇੱਕ ਵਿਦਵਾਨ, ਇੱਕ ਕਵੀ ਪੈਦਾ ਨਹੀਂ ਕਰ ਸਕਦੇ। ਇਸ ਕਰਕੇ ਤੁਹਾਡਾ ਰੁਤਬਾ ਆਪਣੀ ਥਾਂ ਤੇ ਹੈ। ਉਹ ਭਾਈ ਨੰਦ ਲਾਲ ਕਹਿੰਦੇ, ਲੋਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸ਼ਖਸੀਅਤ ਦੀ, ਉਹਨਾਂ ਦੇ ਚਿਹਰੇ ਦੇ ਨੂਰ ਦੀ ਵਡਿਆਈ ਕਰਦਿਆਂ ਤੁਲਨਾ ਸੂਰਜ ਦੇ ਨਾਲ ਕਰਦੇ ਹਨ, ਪਰ ਮੈਂ ਇਹਦੇ ਨਾਲ ਸਹਿਮਤ ਨਹੀਂ ਹਾਂ। ਕਿਸੇ ਪੁੱਛਿਆ, ਜੀ ਤੁਸੀਂ ਸਹਿਮਤ ਨਹੀਂ ਹੋ ਤੇ ਇਹਦਾ ਕਾਰਨ ਕੀ ਹੈ? ਤੇ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਵਡਿਆਈ ਕਰਨੀ ਹੋਵੇ ਤੇ ਕਿੱਦਾਂ ਕਰੋਗੇ? ਭਾਈ ਸਾਹਿਬ ਕਹਿਣ ਲੱਗੇ, ਵੇਖੋ, ਜਦੋਂ ਕਿਸੇ ਚੀਜ਼ ਦੇ ਨਾਲ ਅਸੀਂ ਕਿਸੇ ਦੂਜੀ ਚੀਜ਼ ਦੀ ਤੁਲਨਾ ਕਰਦੇ ਹਾਂ, ਜਿਵੇਂ ਕੋਈ ਮਿੱਠਾ ਪਦਾਰਥ ਹੈ, ਅਸੀਂ ਕਹਿੰਦੇ ਹਾਂ ਜੀ ਇਹ ਪਦਾਰਥ ਤੇ ਇੰਨਾ ਮਿੱਠਾ ਹੈ ਜਿੰਨਾ ਸ਼ਹਿਦ। ਇਹਦਾ ਮਤਲਬ ਸਾਡਾ ਮਨ ਇਹ ਮੰਨਦਾ ਹੈ ਕਿ ਇਸ ਪਦਾਰਥ ਤੋਂ ਸ਼ਹਿਦ ਜ਼ਿਆਦਾ ਮਿੱਠਾ ਹੈ, ਇਸ ਪਦਾਰਥ ਤੋਂ ਸ਼ਹਿਦ ਜ਼ਿਆਦਾ ਮਿੱਠਾ ਹੈ। ਉਹ ਕਹਿੰਦੇ, ਲੋਕ ਗੁਰੂ ਗੋਬਿੰਦ ਸਿੰਘ ਦੀ ਤੁਲਨਾ ਕਰਦਿਆਂ, ਵਡਿਆਈ ਕਰਦਿਆਂ ਗੱਲ ਸੂਰਜ ਦੇ ਨਾਲ ਤੁਲਨਾ ਕਰਦੇ ਹਨ, ਪਰ ਮੈਨੂੰ ਇੱਦਾਂ ਲੱਗਦਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਵੱਡੀ ਸ਼ਖਸੀਅਤ ਦੀ ਉਪਮਾ ਨਹੀਂ ਕੀਤੀ ਜਾ ਰਹੀ ਹੈ, ਨਿੰਦਿਆ ਕੀਤੀ ਜਾ ਰਹੀ ਹੈ। ਤੇ ਪੁੱਛਣ ਵਾਲੇ ਨੇ ਕਿਹਾ, ਹੁਣ ਉਹਨਾਂ ਦੇ ਪ੍ਰਤਾਪ ਨੂਰ ਦੀ ਤੁਲਨਾ ਇਦੋਂ ਵੱਧ ਹੋਰ ਕਿਹਦੇ ਨਾਲ ਕੀਤੀ ਜਾ ਸਕਦੀ ਹੈ ਜੇ ਸੂਰਜ ਦੇ ਨਾਲ ਨਹੀਂ ਕਰਾਂਗੇ? ਤੁਸੀਂ ਕਿੱਦਾਂ ਵਡਿਆਈ ਕਰਦੇ ਹੋ? ਤੇ ਭਾਈ ਸਾਹਿਬ ਕਹਿਣ ਲੱਗੇ, ਮੈਂ ਤੇ ਇੰਨੀ ਗੱਲ ਕਵਾਂਗਾ ਕਿ ਮੇਰੇ ਗੁਰੂ ਦੇ ਚਿਹਰੇ ਦਾ ਨੂਰ ਐਸਾ ਬੇਮਿਸਾਲ ਹੈ, ਜਿਹਦੇ ਸਾਹਮਣੇ ਹਜ਼ਾਰਾਂ ਲੱਖਾਂ ਸੂਰਜਾਂ ਦਾ ਪ੍ਰਤਾਪ ਵੀ ਫਿੱਕਾ ਪੈਂਦਾ ਹੈ। ਹਜ਼ਾਰਾਂ ਲੱਖਾਂ ਸੂਰਜ ਵੀ ਰਲ ਕੇ ਗੁਰੂ ਗੋਬਿੰਦ ਸਿੰਘ ਦੇ ਚਿਹਰੇ ਦੇ ਨੂਰ ਪ੍ਰਤਾਪ ਦੀ ਬਰਾਬਰੀ ਨਹੀਂ ਕਰ ਸਕਦੇ। जोगी जी कहते, इंसाफ करे जदी जमाना तो कह दो यकीन है, गुरु गोबिंद सिंह का कोई सानी नहीं है, करतार की सुगंध व नानक की कसम है, जितनी पी हो तारीफ गोबिंद की वो कम है। शाय जाति एकता अनेकता, बलाए जाति होवती कुटीलता, कतेबन कुरान की पाप पर पक जाते, धर्म तसक जाते, वर्ण गर्क जाते, सहत विधान के। देवी देव देहरा संतोख सिंह दूर होते, रीत मिट जाती कथा बेदन पुराण की, गुरु गोबिंद सिंह पावन परम सूर, मूर्त ना होती जो पै करना निधान की। जे धन गुरु ये देश देश ना हुंदा जे पिता दशमेश ना हुंदा। अज भावें दशमेश दे जाए बैठे ने हक इंसाफ दे लई, ते समय दे हंकारी लोग परवाह कोई नहीं कर रहे हैं, पर जे अज वो पातशाहियां माणदे पए ने ते ये गुरु गोबिंद सिंह साहब दियां ही बख्शिशां हन, गुरु गोबिंद सिंह दियां बख्शिशां हन। बुल्ले शाह कहंदे, ना कहूँ अब की ना कहूँ तब की, अगर ना होते गुरु गोबिंद सिंह सुन्नत होती सब की। किन्ना ने होना सी जिहड़े अज बैठे हंकार च सोचते हैं कि शायद सारा कुछ साडे ही हत्थ है। खैर, धन गुरु कलगीधर महाराज जी का पावन प्रकाश पटना साहब की सुभागी धरती ते होया, ते जिहड़ी साडे इतिहासकारां ने पहली घटना का वर्णन किया है, पीर भीखन शाह सियाणा सैदा उन्हां दा पिंड है, पहेवे दे नेड़े चीके नूं जांदियां रस्ते च ये पिंड आउंदा है सियाणा सैदा। वो मूल रूप दे विच उत्थों दे रहण वाले सन, पर उन्हां दा डेरा सी, अस्थान सी ठसके पिंड विखे। ये भी पेवे दे नेड़े ही
ਨਗਰ ਹੈ। ਤੇ ਹਮੇਸ਼ਾ ਪੱਛਮ ਵਾਲੇ ਪਾਸੇ ਨੂੰ ਮੂੰਹ ਕਰਕੇ ਸਿਜਦਾ ਕਰਨ ਵਾਲੇ ਇਸ ਪੀਰ ਨੇ ਅੱਜ ਜਦੋਂ ਪੂਰਬ ਵਾਲੇ ਪਾਸੇ ਨੂੰ ਮੂੰਹ ਕਰਕੇ ਸਿਜਦਾ ਕੀਤਾ, ਇਹਦੇ ਮੁਰੀਦ ਕਹਿਣ ਲੱਗੇ ਜੀ ਕੋਈ ਹੋਰ ਭੁੱਲਦਾ ਅਸੀਂ ਮੰਨ ਲੈਂਦੇ, ਪਰ ਤੁਸੀਂ ਤਾਂ ਰੋਜ਼ ਸਾਨੂੰ ਸਿਖਾਉਣ ਵਾਲੇ ਜੇ ਅੱਜ ਇਹ ਤੁਸੀਂ ਉਕਾਈ ਕਿੱਦਾਂ ਕੀਤੀ ਹੈ। ਤੁਸੀਂ ਤਾਂ ਰੋਜ਼ ਖੁਦਾ ਦੇ ਘਰ ਵਾਲੇ ਪਾਸੇ, ਕਾਬੇ ਵਾਲੇ ਪਾਸੇ ਮੂੰਹ ਕਰਕੇ, ਮੱਕੇ ਵਾਲੇ ਪਾਸੇ ਮੂੰਹ ਕਰਕੇ ਨਮਾਜ਼ ਅਦਾ ਕਰਨ ਵਾਲੇ ਮੁਸਲਮਾਨ ਫਕੀਰ, ਅੱਜ ਤੁਹਾਡਾ ਮੂੰਹ ਪੂਰਬ ਵਾਲੇ ਪਾਸੇ ਕਿਉਂ? ਤੇ ਭੀਖਨ ਸ਼ਾਹ ਕਹਿਣ ਲੱਗੇ ਜਿਹੜੇ ਖੁਦਾ ਦੇ ਘਰ ਨੂੰ ਅਸੀਂ ਰੋਜ਼ ਪੱਛਮ ਵਾਲੇ ਪਾਸੇ ਮੂੰਹ ਕਰਕੇ ਸਿਜਦਾ ਕਰਦੇ ਹਾਂ, ਅੱਜ ਉਹ ਖੁਦਾ ਦਾ ਨੂਰ ਪੂਰਬ ਵਾਲੇ ਪਾਸੇ ਪ੍ਰਗਟ ਹੋਇਆ ਤੇ ਅਸੀਂ ਘਰ ਨੂੰ ਨਹੀਂ, ਅਸੀਂ ਅੱਜ ਖੁਦਾ ਨੂੰ ਸਿਜਦਾ ਕੀਤਾ ਹੈ। ਮੁਰੀਦ ਸੁਣ ਕੇ ਬੜੇ ਹੈਰਾਨ, ਕਹਿਣ ਲੱਗੇ ਜੀ ਸਾਨੂੰ ਵੀ ਦਰਸ਼ਨ ਕਰਵਾਓ, ਫਿਰ ਕਿਹੜਾ ਖੁਦਾ ਦਾ ਨੂਰ ਜਾਂ ਖੁਦਾ ਪ੍ਰਗਟ ਹੋਇਆ ਹੈ। ਇਹ ਫਿਰ ਪੀਰ ਜੀ ਆਪਣੇ ਚੇਲਿਆਂ ਮੁਰੀਦਾਂ ਸਮੇਤ ਪਹੁੰਚ ਗਏ ਪਟਨਾ ਸਾਹਿਬ ਵਿਖੇ। ਇਤਿਹਾਸ ਆਪ ਜਾਣਦੇ ਹੋ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਉਸ ਵਕਤ ਹਾਜ਼ਰ ਨਹੀਂ ਸਨ। ਮਾਮਾ ਕਿਰਪਾਲ ਚੰਦ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਾਮਾ ਜੀ ਉੱਥੇ ਸਨ, ਮਾਤਾ ਗੁਜਰੀ ਜੀ ਉੱਥੇ ਸਨ, ਮਾਤਾ ਨਾਨਕੀ ਜੀ ਉੱਥੇ ਸਨ। ਇਹਨਾਂ ਨੇ ਕਿਹਾ ਅਸੀਂ ਬਾਲਕ ਦੇ ਦਰਸ਼ਨ ਕਰਨੇ ਹਨ। ਵਿਚਾਰ ਚਰਚਾ ਕਰਨ ਉਪਰੰਤ ਪਹਿਲਾਂ ਤੇ ਇਨਕਾਰ ਕੀਤਾ ਗਿਆ ਕਿ ਬਾਲਕ ਅਜੇ ਛੋਟਾ ਹੈ, ਪਰ ਪੀਰ ਬਹਿ ਗਏ ਦਰਵਾਜ਼ੇ ਤੇ, ਕਹਿਣ ਲੱਗੇ ਨਾ, ਮੈਂ ਤਾਂ ਇੰਨੀ ਦੂਰੋਂ ਪੰਜਾਬ ਤੋਂ ਚੱਲ ਕੇ ਆਇਆ ਹਾਂ, ਦਰਸ਼ਨ ਕਰਾਂਗਾ ਤੇ ਜਾਵਾਂਗਾ, ਉੱਠਾਂਗਾ ਨਹੀਂ ਤੇ ਬੈਠਾ ਇੱਥੇ ਹੀ, ਕੁਝ ਨਹੀਂ ਖਾਵਾਂ ਪੀਵਾਂਗਾ, ਭਾਵੇਂ ਭੁੱਖਿਆਂ ਹੀ ਪ੍ਰਾਣ ਤਿਆਗਣੇ ਪੈਣ। ਪੀਰ ਜੀ ਦੇ ਹੱਠ ਤੇ ਪ੍ਰੇਮ ਨੂੰ ਵੇਖ ਕੇ ਇਹਨਾਂ ਨੂੰ ਆਗਿਆ ਦਿੱਤੀ ਗਈ ਬਾਲ ਉਮਰੇ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਦੇ ਦਰਸ਼ਨ ਕਰਨ ਦੇ ਲਈ। ਉਦੋਂ ਕੁੱਜੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਲੈ ਕੇ ਪੀਰ ਜੀ ਜਦੋਂ ਗਏ ਨੇ, ਮਹਾਰਾਜ ਨੇ ਦੋਵਾਂ ਕੁੱਜੀਆਂ ਤੇ ਹੱਥ ਰੱਖੇ, ਪੀਰ ਨੇ ਕੁੱਜੀਆਂ ਲਾਂਭੇ ਰੱਖ ਕੇ ਸਤਿਗੁਰਾਂ ਦੇ ਚਰਨ ਫੜ ਲਏ। ਸਾਰੇ ਵੇਖ ਕੇ ਹੈਰਾਨ ਕਿ ਇਹ ਆਖਰ ਮਾਜਰਾ ਕੀ ਹੈ, ਕੌਤਕ ਕੀ ਹੈ। ਪੀਰ ਜੀ ਨੇ ਇਹ ਕੀ ਕੀਤਾ ਹੈ? ਪੁੱਛਿਆ ਪੀਰ ਜੀ ਇਹ ਜੋ ਤੁਸੀਂ ਕੀਤਾ ਇਹ ਕੀ ਹੈ, ਕਿ ਸਾਨੂੰ ਵੀ ਕਿਰਪਾ ਕਰਕੇ ਸਮਝਾਵੋ। ਤੇ ਪੀਰ ਕਹਿਣ ਲੱਗੇ ਇਹ ਤੇ ਮੇਰੇ ਮਨ 'ਚ ਭਰੋਸਾ ਸੀ, ਅਟਲ ਵਿਸ਼ਵਾਸ ਸੀ ਕਿ ਇਹ ਖੁਦਾ ਦਾ ਨੂਰ ਪ੍ਰਗਟ ਹੋਇਆ ਹੈ, ਪ੍ਰਤੱਖ ਖੁਦਾ ਹੈ, ਪਰ ਮੈਂ ਇਹ ਵੇਖਣਾ ਚਾਹੁੰਦਾ ਸੀ ਕਿ ਇਹ ਅਗਵਾਈ ਇੱਥੇ ਕਿਹਨਾਂ ਦੀ ਕਰਨਗੇ, ਹਿੰਦੂਆਂ ਦੀ ਅਗਵਾਈ ਕਰਕੇ ਬਾਂਹ ਫੜਨਗੇ ਕਿ ਮੁਸਲਮਾਨਾਂ ਦੀ ਅਗਵਾਈ ਕਰਕੇ ਬਾਂਹ ਫੜਨਗੇ। ਪਰ ਇਹਨਾਂ ਨੇ ਤੇ ਮੇਰੇ ਸਾਰੇ ਸ਼ੰਕੇ ਹੀ ਦੂਰ ਕਰ ਦਿੱਤੇ ਹਨ। ਮੈਂ ਇੱਕ ਕੁੱਜੀ ਨੂੰ ਹਿੰਦੂਆਂ ਦੀ ਮੰਨਿਆ ਸੀ, ਇੱਕ ਨੂੰ ਮੁਸਲਮਾਨਾਂ ਦੀ ਮੰਨਿਆ ਸੀ ਕਿ ਇੱਕ ਤੇ ਹੱਥ ਰੱਖਣਗੇ ਪਤਾ ਲੱਗ ਜਾਏਗਾ। ਇਹਨਾਂ ਨੇ ਤੇ ਦੋਵਾਂ ਕੁੱਜੀਆਂ ਤੇ ਹੱਥ ਰੱਖ ਕੇ ਇਹ ਕਹਿ ਦਿੱਤਾ ਹੈ ਕਿ ਇਹ ਕਿਸੇ ਇੱਕ ਦੇ ਨਹੀਂ ਹਨ, ਇਹ ਸਾਰੀ ਮਨੁੱਖਤਾ ਦੇ ਹਨ, ਇਹ ਸਭ ਦੇ ਹਨ, ਇਹ ਸਭ ਦੇ ਵਲੀ ਬਣਨਗੇ। ਤੇ ਇਹ ਇਸ ਇੱਕ ਘਟਨਾ ਨੂੰ ਸਾਹਮਣੇ ਰੱਖ ਕੇ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜੀਵਨ ਵੇਖੋ, ਉਹ ਸਭ ਦੇ ਸਾਂਝੇ ਹੋ ਕੇ ਵਿਚਰੇ ਹਨ। ਹਿੰਦੂ ਵੀ ਉਹਨਾਂ ਦੇ ਚਰਨਾਂ ਦੇ ਮੁਰੀਦ, ਮੁਸਲਮਾਨ ਵੀ ਉਹਨਾਂ ਦੇ ਚਰਨਾਂ ਦੇ ਮੁਰੀਦ, ਸਿੱਖਾਂ ਦੇ ਲਈ ਤੇ ਉਹ ਮਾਲਕ ਹਨ। ਕਸ਼ਮੀਰੀ ਪੰਡਤ ਆਏ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਬਾਰ 'ਚ, ਹਿੰਦੂਆਂ ਦੀ ਬਾਂਹ ਫੜਨ ਵਾਲੇ ਵੀ ਹਨ ਦਸਮ ਪਾਤਸ਼ਾਹ। ਸਤਿਗੁਰੂ ਜੀ ਦੇ ਚਰਨਾਂ 'ਚ ਆਏ, ਬੇਨਤੀ ਕੀਤੀ ਸਾਡੇ ਧਰਮ ਨੂੰ ਬਚਾਓ। ਬਾਲ ਉਮਰੇ ਗੋਬਿੰਦ ਰਾਏ ਜੀ ਦੀ ਉਮਰ ਕੇਵਲ 9 ਵਰ੍ਹਿਆਂ ਦੀ ਸੀ ਤੇ ਇਹ ਹਿੰਦੂਆਂ ਦੀ ਰੱਖਿਆ ਦੇ ਲਈ, ਇਹਨਾਂ ਦੇ ਧਰਮ ਦੀ ਰੱਖਿਆ ਦੇ ਲਈ ਉਹਨਾਂ ਨੇ 9 ਸਾਲਾਂ ਦੀ ਉਮਰ ਦੇ ਵਿੱਚ ਆਪਣਾ ਪਿਤਾ ਵਾਰਿਆ ਹੈ। ਆ ਪਹਾੜੀ ਰਾਜੇ ਹਿੰਦੂ ਹਨ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਇਹਨਾਂ ਨੇ ਬੜਾ ਵੈਰ ਕਮਾਇਆ ਹੈ, ਪਰ ਸਮੇਂ-ਸਮੇਂ ਤੇ ਇਹਨਾਂ ਤੇ ਵੀ ਬੜੀਆਂ ਵਿਪਤਾ ਆਉਂਦੀਆਂ ਰਹੀਆਂ। ਤੇ ਜਦੋਂ ਇਹਨਾਂ ਤੇ ਵਿਪਤਾ ਆਉਂਦੀ ਸੀ, ਕੋਈ ਔਰੰਗਜ਼ੇਬ ਦੇ ਅਹਿਲਕਾਰ ਹਾਕਮ ਪਹੁੰਚਦੇ ਸਨ ਇਹਨਾਂ ਦੇ ਕੋਲ, ਤੇ ਉਦੋਂ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੋਲੋਂ ਹੀ ਮਦਦ ਲਿਆ ਕਰਦੇ ਸਨ। ਬਲਕਿ ਇਤਿਹਾਸ ਨੇ ਇੱਕ ਘਟਨਾ ਉਹ ਬੜੀ ਪਿਆਰੀ ਕੀਮਤੀ ਸੰਭਾਲੀ ਹੈ।
ਕਿ ਇੱਕ ਬ੍ਰਾਹਮਣ ਰੋਂਦਾ ਹੋਇਆ ਆਨੰਦਪੁਰ ਦਸਮ ਪਾਤਸ਼ਾਹ ਜੀ ਦੇ ਦਰਬਾਰ 'ਚ ਆਇਆ। ਉਹਨੇ ਬੇਨਤੀ ਕੀਤੀ, ਮਹਾਰਾਜ ਮੇਰੀ ਘਰਵਾਲੀ ਦਾ ਡੋਲਾ ਬੱਸੀ ਦਾ ਹਾਕਮ ਉਠਾ ਕੇ ਲੈ ਗਿਆ ਹੈ, ਕਿਰਪਾ ਕਰੋ ਮੇਰੀ ਇੱਜ਼ਤ ਬਚਾਵੋ। ਤੁਹਾਡੇ ਤੋਂ ਬਿਨਾਂ ਮੇਰੀ ਇੱਜ਼ਤ ਨੂੰ ਬਚਾਉਣ ਵਾਲਾ ਕੋਈ ਨਹੀਂ ਹੈ, ਮੇਰੇ ਕੋਲ ਸਹਾਰਾ ਦੂਜਾ ਕੋਈ ਨਹੀਂ ਹੈ। ਧੰਨ ਗੁਰੂ ਕਲਗੀਧਰ ਮਹਾਰਾਜ ਜੀ ਨੇ ਇਹਦੀ ਬਾਂਹ ਫੜੀ। ਇਸ ਪੰਡਤ ਦੀ ਘਰਵਾਲੀ ਨੂੰ ਬੱਸੀ ਦੇ ਹਾਕਮ ਦੇ ਕੋਲੋਂ ਛੁਡਾਉਣ ਦੇ ਲਈ ਆਪਣੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭੇਜਿਆ ਸੀ ਤੇ ਇਹਦੀ ਘਰਵਾਲੀ ਨੂੰ ਛੁਡਾ ਕੇ ਲਿਆਂਦਾ ਗਿਆ। ਇੱਦਾਂ ਇਸ ਇੱਕ ਹਿੰਦੂ ਦੀ ਮਦਦ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਕਰਦੇ ਹਨ। ਇਸੇ ਤਰ੍ਹਾਂ ਜੇ ਮੁਸਲਮਾਨਾਂ ਦੀ ਗੱਲ ਕੀਤੀ ਜਾਏ ਤੇ ਕਿੰਨੇ ਮੁਸਲਮਾਨ ਫਕੀਰ ਜਿਨ੍ਹਾਂ ਦਾ ਗੁਰੂ ਕਲਗੀਧਰ ਮਹਾਰਾਜ ਦੇ ਨਾਲ ਅਤ ਦਾ ਪਿਆਰ, ਪੀਰ ਭੀਖਨ ਸ਼ਾਹ, ਸਤਿਗੁਰਾਂ ਦੇ ਚਰਨਾਂ 'ਚ ਜਾਣ ਵਾਲੇ ਫਕੀਰ, ਸੰਢੌਰੇ ਦੇ ਰਹਿਣ ਵਾਲੇ ਪੀਰ ਬੁੱਧੂ ਸ਼ਾਹ, ਧੰਨ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਅਥਾਹ ਉਹਨਾਂ ਦਾ ਪਿਆਰ ਸੀ। ਧੰਨ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਖਾਤਰ ਉਹਨਾਂ ਨੇ ਆਪਣੇ ਪੁੱਤ ਕੁਰਬਾਨ ਕਰਵਾਏ ਨੇ, ਆਪਣੇ ਭਰਾ ਕੁਰਬਾਨ ਕਰਵਾਏ, ਆਪ ਸ਼ਹਾਦਤ ਦਾ ਜਾਮ ਪੀਤਾ ਹੈ। ਬੜਾ ਪਿਆਰ ਉਹਨਾਂ ਦਾ ਸਤਿਗੁਰਾਂ ਦੇ ਨਾਲ। ਤੇ ਬਿਲਕੁਲ ਜੇ ਨੇੜੇ ਦੀ ਗੱਲ ਕਰੀਏ ਤੇ ਆ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਨਾਭਾ ਸਾਹਿਬ, ਉਹ ਅਸਥਾਨ ਜਿੱਥੇ ਦਿੱਲੀ ਤੋਂ ਆਨੰਦਪੁਰ ਸਾਹਿਬ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲੈ ਕੇ ਜਾਂਦਿਆਂ ਹੋਇਆਂ ਤੇ ਭਾਈ ਸਾਹਿਬ ਭਾਈ ਜੈਤਾ ਜੀ ਨੇ ਪੜਾਅ ਕੀਤਾ ਸੀ। ਰਾਤ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਸਮੇਤ ਉਹਨਾਂ ਨੇ ਗੁਜ਼ਾਰੀ ਸੀ। ਇੱਥੇ ਰਹਿੰਦਾ ਸੀ ਪੀਰ ਦਰਗਾਹੀਆ, ਗੁਰੂ ਘਰ ਦਾ ਬੜਾ ਸੱਚਾ ਸੁੱਚਾ ਸ਼ਰਧਾਲੂ। ਕਿੰਨਾ ਭਰੋਸੇ ਵਾਲਾ ਹੋਵੇਗਾ ਕਿ ਭਾਈ ਜੈਤਾ ਜੀ ਇਹਨਾਂ ਦੇ ਕੋਲ ਆ ਕੇ ਰੁਕੇ ਹਨ। ਵੇਖੋ ਗੁਰੂ ਘਰ ਦੇ ਨਾਲ ਕਿੰਨਾ ਉਹਨਾਂ ਦਾ ਪਿਆਰ, ਕਿੰਨਾ ਭਰੋਸਾ ਹੋਵੇਗਾ। ਨਹੀਂ ਤੇ ਉਹ ਜਿਹੜਾ ਸਮਾਂ ਸੀ ਇੱਦਾਂ ਕਿਸੇ ਜਗ੍ਹਾ 'ਤੇ ਰੁਕਣਾ, ਭਾਈ ਸਾਹਿਬ ਜਾਣਦੇ ਸਨ ਕਿ ਸਤਿਗੁਰਾਂ ਦੇ ਸੀਸ ਦਾ ਪਤਾ ਲੱਗ ਗਿਆ ਤੇ ਹਕੂਮਤ ਦੇ ਸਿਪਾਹੀ ਉੱਥੇ ਪਹੁੰਚ ਜਾਣੇ ਹਨ। ਤੇ ਉਦੋਂ ਬਾਅਦ ਜਿਹਨੇ ਭਾਈ ਜੈਤੇ ਨੂੰ ਪਨਾਹ ਦੇਣੀ ਸੀ ਉਹਨੂੰ ਵੀ ਪਤਾ ਸੀ ਕਿ ਜੇ ਕਿਧਰੇ ਇਸ ਗੱਲ ਦੀ ਭਿਣਕ ਹਕੂਮਤ ਨੂੰ ਲੱਗ ਗਈ ਤੇ ਉਹ ਮੇਰਾ ਪਰਿਵਾਰ ਸਾਰਾ ਕੁਝ ਤਬਾਹ ਕਰ ਸਕਦੇ ਹਨ। ਪਰ ਉਹ ਪੀਰ ਦਰਗਾਹੀਏ ਨੇ ਪਰਵਾਹ ਨਾ ਕੀਤੀ, ਗੁਰੂ ਮਹਾਰਾਜ ਜੀ ਦੀ ਸੇਵਾ ਦੇ ਲਈ ਐਨ ਤਿਆਰ ਬਰ ਤਿਆਰ ਹੋ ਗਏ। ਸਾਰੀ ਰਾਤ ਭਾਈ ਜੈਤੇ ਨੂੰ ਕਿਹਾ ਤੁਸੀਂ ਆਰਾਮ ਕਰੋ, ਮੈਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦੀ ਸੇਵਾ ਦੇ ਵਿੱਚ ਹਾਜ਼ਰ ਰਹਿੰਦਾ ਹਾਂ। ਪੀਰ ਦਰਗਾਹੀਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦੀ ਸੇਵਾ 'ਚ ਸਾਰੀ ਰਾਤ ਹਾਜ਼ਰ ਰਹੇ। ਭਾਈ ਜੈਤੇ ਨੇ ਆਰਾਮ ਕੀਤਾ। ਸਵੇਰੇ ਜਦੋਂ ਇੱਥੋਂ ਭਾਈ ਜੈਤਾ ਜੀ ਚੱਲਣ ਲੱਗੇ ਨੇ ਆਨੰਦਪੁਰ ਸਾਹਿਬ ਨੂੰ, ਤੇ ਪੀਰ ਦਰਗਾਹੀਏ ਨੇ ਇੱਕ ਸੁਨੇਹਾ ਭੇਜਿਆ ਦਸਮ ਪਾਤਸ਼ਾਹ ਜੀ ਦੇ ਲਈ ਕਿ ਮੇਰਾ ਸੁਨੇਹਾ ਦਸਮ ਪਾਤਸ਼ਾਹ ਜੀ ਦੇ ਚਰਨਾਂ 'ਚ ਦੇਣਾ ਕਿ ਦਰਗਾਹੀਆ ਫਕੀਰ ਬਿਲਕੁਲ ਬਜ਼ੁਰਗ ਹੋ ਚੁੱਕਿਆ ਜੇ, ਫਰੀਦ ਸਾਹਿਬ ਦੀ ਤਰ੍ਹਾਂ ਸਰਾਣੇ ਪਿਆ ਪਾਣੀ ਦਾ ਘੜਾ 20 ਸੈਂਕੜੇ ਕੋਹਾਂ ਦੂਰ ਲੱਗਦਾ ਹੈ। ਮਹਾਰਾਜ ਕਿਰਪਾ ਕਰਕੇ ਆਪਣੇ ਦਰਸ਼ਨ ਜ਼ਰੂਰ ਬਖਸ਼ਿਓ। ਇਹ ਸੁਨੇਹਾ ਲੈ ਕੇ ਭਾਈ ਜੈਤਾ ਆਨੰਦਪੁਰ ਸਾਹਿਬ ਗਏ ਸਨ। ਧੰਨ ਗੁਰੂ ਕਲਗੀਧਰ ਮਹਾਰਾਜ ਜੀ ਨੂੰ ਸੁਨੇਹਾ ਵੀ ਦਿੱਤਾ। ਤੇ ਉਦੋਂ ਬਾਅਦ ਸਤਿਗੁਰੂ ਜਦੋਂ ਪੌਂਟਾ ਸਾਹਿਬ ਵਿਖੇ ਰਹੇ ਤੇ ਭੰਗਾਣੀ ਦੀ ਜੰਗ ਜਿੱਤਣ ਤੋਂ ਉਪਰੰਤ ਜਦੋਂ ਮਹਾਰਾਜ ਉੱਥੋਂ ਫੇਰ ਵਾਪਸ ਆਨੰਦਪੁਰ ਸਾਹਿਬ ਨੂੰ ਜਾਂਦੇ ਪਏ ਸਨ, ਜਿਸ ਵਕਤ ਸਤਿਗੁਰੂ ਜੀ ਨੇ ਪਾਵਨ ਅਸਥਾਨ ਨਾਢਾ ਸਾਹਿਬ ਵਿਖੇ ਚਰਨ ਪਾਏ ਸਨ, ਉਦੋਂ ਭਾਈ ਜੈਤਾ ਜੀ ਨੇ ਮਹਾਰਾਜ ਨੂੰ ਕਿਹਾ ਸੀ, ਮਹਾਰਾਜ ਇੱਥੇ ਨੇੜੇ ਹੀ ਪੀਰ ਦਰਗਾਹੀਆ ਜੀ ਰਹਿੰਦੇ ਹਨ, ਜਿਨ੍ਹਾਂ ਨੇ ਕਿਸੇ ਵਕਤ ਦਰਸ਼ਨਾਂ ਦੀ ਬੇਨਤੀ ਤੁਹਾਡੇ ਚਰਨਾਂ 'ਚ ਭੇਜੀ ਸੀ, ਆਏ ਤੇ ਹਾਂ, ਕਿਰਪਾ ਕਰੋ ਪੀਰ ਦਰਗਾਹੀਏ ਨੂੰ ਵੀ ਦਰਸ਼ਨਾਂ ਦੀ ਦਾਤ ਬਖਸ਼ੋ। ਧੰਨ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਪੀਰ ਦਰਗਾਹੀਆ ਜੀ ਦੇ ਕੋਲ ਸ਼ਾਮੀ ਪਹੁੰਚੇ ਹਨ। ਦਰਸ਼ਨ ਦੀਦਾਰ ਉਹਨਾਂ ਨੇ ਸਤਿਗੁਰਾਂ ਦੇ ਕੀਤੇ। ਨਦਰੋ ਨਦਰੀ ਨਿਹਾਲ ਹੋ ਗਏ ਪੀਰ ਜੀ। ਕਿੰਨੀ ਦੇਰ ਮਹਾਰਾਜ ਧੰਨ ਗੁਰੂ ਕਲਗੀਧਰ ਮਹਾਰਾਜ ਤੇ ਪੀਰ ਦਰਗਾਹੀਆ ਜੀ ਕਿੰਨੀਆਂ ਬਾਤਾਂ ਕਿੰਨੀਆਂ ਵਿਚਾਰਾਂ ਕਰਦੇ ਰਹੇ। ਤੇ ਪੀਰ ਜੀ ਨੇ ਇੱਕ ਬੇਨਤੀ ਕੀਤੀ, ਮਹਾਰਾਜ
ਹੁਣ ਜ਼ਿੰਦਗੀ ਦੀ ਖੇਡ ਮੁੱਕਣ ਵਾਲੀ ਆ, ਕੋਈ ਪਤਾ ਨਹੀਂ ਹੈ ਇਹ ਸਵਾਸਾਂ ਦੀ ਲੜੀ ਕਦੋਂ ਥੰਮ ਜਾਣੀ ਹੈ। ਮੇਰੀ ਇੱਕ ਬੇਨਤੀ ਹੈ, ਮੈਂ ਚਾਹੁੰਦਾ ਹਾਂ ਕਿ ਇਹ ਦਰਗਾਹੀਏ ਫਕੀਰ ਦਾ ਅਖੀਰਲਾ ਸਾਹ ਤੁਹਾਡੀ ਗੋਦ ਦੇ ਵਿੱਚ ਨਿਕਲੇ, ਅਖੀਰਲਾ ਸਵਾਸ ਤੁਹਾਡੀ ਗੋਦ ਦੇ ਵਿੱਚ ਨਿਕਲੇ। ਬਸ ਇੰਨੀ ਬਖਸ਼ਿਸ਼ ਕਰਿਓ ਕਿ ਅਖੀਰ ਵੇਲੇ ਆਪਣੀ ਗੋਦ ਦੀ ਦਾਤ ਬਖਸ਼ਿਓ। ਤੇ ਧੰਨ ਗੁਰੂ ਕਲਗੀਧਰ ਮਹਾਰਾਜ ਕਹਿਣ ਲੱਗੇ, ਪੀਰ ਜੀ ਆ ਰਾਤ ਤੁਹਾਡੀ ਜ਼ਿੰਦਗੀ ਦੀ ਅਖੀਰਲੀ ਰਾਤ ਹੈ। ਕੱਲ੍ਹ ਨੂੰ ਅੰਮ੍ਰਿਤ ਵੇਲੇ ਤੁਹਾਡੀ ਸਵਾਸਾਂ ਦੀ ਜਿਹੜੀ ਡੋਰ ਹੈ ਉਹਨੇ ਥੰਮ ਜਾਣਾ ਹੈ। ਤੁਸੀਂ ਭਰੋਸਾ ਰੱਖਿਓ, ਉਦੋਂ ਅਸੀਂ ਤੁਹਾਡੇ ਕੋਲ ਪਹੁੰਚ ਜਾਵਾਂਗੇ। ਉਹ ਅਗਲਾ ਦਿਨ ਅੰਮ੍ਰਿਤ ਵੇਲਾ ਹੋਇਆ। ਪੀਰ ਰੱਬੀ ਧਿਆਨ ਦੇ ਵਿੱਚ ਜੁੜੇ ਹੋਏ ਨੇ। ਧੰਨ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਪਹੁੰਚੇ ਇਹ ਪਾਵਨ ਅਸਥਾਨ ਨਾਭਾ ਸਾਹਿਬ ਵਿਖੇ। ਇਹ ਪਾਤਸ਼ਾਹੀ 10ਵੀਂ ਦੇ ਨਾਲ ਵੀ ਤੇ ਪਾਤਸ਼ਾਹੀ 9ਵੀਂ ਦੇ ਨਾਲ ਵੀ ਸੰਬੰਧਿਤ ਅਸਥਾਨ ਹੈ। ਬੜਾ ਵੱਡਾ ਅਸਥਾਨ ਹੈ ਇਹ ਸਾਡਾ, ਬੜਾ ਵੱਡਾ ਅਸਥਾਨ। ਸਤਿਗੁਰੂ ਗੁਰੂ ਕਲਗੀਧਰ ਮਹਾਰਾਜ ਜੀ ਦੀ ਗੋਦ ਦੇ ਵਿੱਚ ਸੇਵਕ ਕੀ ਓੜਕ ਨਿਭਹੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ। ਅਖੀਰਲਾ ਸਾਹ ਪੀਰ ਜੀ ਨੇ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਦੇ ਦੀਦਾਰ ਦਰਸ਼ਨ ਕਰਦਿਆਂ ਲਿਆ ਤੇ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਸੂਰਜ ਕਿਰਨ ਮਿਲੀ ਜਲ ਕਾ ਜਲ ਹੁਆ ਰਾਮ। ਧੰਨ ਗੁਰੂ ਕਲਗੀਧਰ ਮਹਾਰਾਜ ਜੀ ਪੀਰ ਜੀ ਨੂੰ, ਪੀਰ ਦਰਗਾਹੀਏ ਨੂੰ ਵੀ ਇੱਦਾਂ ਨਦਰੋ ਨਦਰੀ ਨਿਹਾਲ ਕਰਦੇ, ਉਹਨਾਂ ਦਾ ਭਾਰ ਉਤਾਰਾ ਕਰਦੇ ਹਨ। ਕਹਿਣ ਦਾ ਭਾਵ ਕਿ ਉਹ ਜਿਹੜੀ ਗੱਲ ਸੀ ਕਿ ਦੋ ਕੁੱਜੀਆਂ ਤੇ ਹੱਥ ਰੱਖ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਦੱਸਿਆ ਕਿ ਸਾਡੇ ਲਈ ਸਾਰੇ ਹੀ ਇੱਕੋ ਜਿਹੇ ਹਨ, ਕਿਸੇ ਨਾਲ ਕੋਈ ਵਿਤਕਰਾ ਨਹੀਂ ਹੈ। ਉਹ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਨੇ ਆਪਣੇ ਜੀਵਨ ਦੇ ਵਿੱਚ ਸਾਬਤ ਕਰਕੇ ਦੱਸਿਆ। ਬਾਂਹ ਉਹਨਾਂ ਹਿੰਦੂਆਂ ਦੀ ਵੀ ਫੜੀ, ਬਾਂਹ ਉਹਨਾਂ ਨੇ ਮੁਸਲਮਾਨਾਂ ਦੀ ਵੀ ਫੜੀ, ਕਿਉਂਕਿ ਨਾਨਕ ਸਤਿਗੁਰ ਐਸਾ ਜਾਣੀਐ ਜੋ ਸਭ ਸੈ ਲਏ ਮਿਲਾਏ ਜੀਓ। ਪਰ ਵੇਖੋ ਉਹਨਾਂ ਦਾ ਇੱਕ ਮਿਸ਼ਨ ਸੀ, ਸੰਸਾਰ ਦੇ ਵਿੱਚ ਆਉਣ ਦਾ, ਵਿਚਰਨ ਦਾ ਇੱਕ ਟਾਰਗੇਟ ਸੀ। ਜਾਂ ਇੱਦਾਂ ਕਹਿ ਲਈਏ ਕਿ ਜੋ ਮਿਸ਼ਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਲੈ ਕੇ ਸੰਸਾਰ ਅੰਦਰ ਆਏ ਜਾਂ ਚੱਲੇ, ਜਿਹੜੀ ਵਿਚਾਰਧਾਰਾ ਉਹਨਾਂ ਨੇ ਸੰਸਾਰ ਦੇ ਅੰਦਰ ਤੋਰੀ, ਧੰਨ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸੇ ਵਿਚਾਰਧਾਰਾ ਨੂੰ ਅੱਗੇ ਤੋਰਿਆ ਹੈ। ਗੁਰੂ ਨਾਨਕ ਮਹਾਰਾਜ ਜੀ ਨੇ ਵੇਖਿਆ ਕਿ ਸਮਾਜ ਅੰਦਰ ਕਿੰਨੇ ਵਿਤਕਰੇ ਹੁੰਦੇ ਪਏ ਨੇ ਤੇ ਇੱਕ ਤਬਕੇ ਨੂੰ ਗਰੀਬ ਕਹਿ ਕੇ, ਨੀਚ ਕਹਿ ਕੇ, ਸ਼ੂਦਰ ਕਹਿ ਕੇ ਫਿਟਕਾਰਿਆ ਤੇ ਦੁਰਕਾਰਿਆ ਜਾ ਰਿਹਾ ਹੈ। ਤੇ ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਬਚਨ ਕੀਤਾ ਸੀ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ। ਹੁਣ ਵੇਖੋ ਕਈ ਲੋਕ ਐਸੇ ਭਰਮਾਂ ਭੁਲੇਖਿਆਂ 'ਚ ਫਸੇ ਨੇ, ਸਮਝਦੇ ਨੇ ਗੁਰੂ ਨਾਨਕ ਸ਼ਾਇਦ ਵੱਖਰੇ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਵੱਖਰੇ ਹਨ, ਪਰ ਵੱਖਰੇ ਨਹੀਂ ਹਨ। ਜੋਤ 오ਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਜੋਤ ਇੱਕ ਹੈ, ਜੁਗਤ ਇੱਕ ਹੈ, ਵਿਚਾਰਧਾਰਾ ਇੱਕ ਹੈ, ਸਿਧਾਂਤ ਇੱਕ ਹੈ। ਕਈਆਂ ਨੂੰ ਲੱਗਦਾ ਸ਼ਾਇਦ ਗੁਰੂ ਨਾਨਕ ਮਹਾਰਾਜ ਨੇ ਪਿਆਰ ਦੀ ਗੱਲ ਕੀਤੀ, ਗੁਰੂ ਗੋਬਿੰਦ ਸਿੰਘ ਨੇ ਹਥਿਆਰ ਦੀ ਗੱਲ ਕੀਤੀ, ਪਰ ਨਹੀਂ, ਗੱਲ ਪਿਆਰ ਜਾਂ ਗੱਲ ਹਥਿਆਰ ਦੀ ਨਹੀਂ ਹੈ। ਗੱਲ ਹੈ ਜ਼ਬਰ ਜ਼ੁਲਮ ਦੇ ਵਿਰੁੱਧ ਬੋਲਣ ਦੀ, ਤੇ ਕਈ ਵਾਰ ਗੱਲ ਬੋਲ ਕੇ ਹੀ ਬਣਦੀ ਹੈ, ਕਈ ਵਾਰੀ ਗੱਲ ਹਥਿਆਰ ਚੁੱਕ ਕੇ ਬਣਾਉਣੀ ਪੈਂਦੀ ਹੈ। ਜਿਵੇਂ ਮਹਾਰਾਜ ਕਹਿੰਦੇ ਹਨ ਕਿ ਔਰੰਗਜ਼ੇਬ ਤੂੰ ਸਾਨੂੰ ਲਾਚਾਰ ਕਰ ਦਿੱਤਾ ਹਥਿਆਰ ਚੁੱਕਣ ਦੇ ਲਈ, ਅਸੀਂ ਹਥਿਆਰ ਚੁੱਕਣਾ ਨਹੀਂ ਸੀ ਚਾਹੁੰਦੇ, ਪਰ ਜਦੋਂ ਸਾਰੇ ਦਰਵਾਜ਼ੇ ਬੰਦ ਹੋ ਜਾਣ, ਹੀਲੇ ਵਸੀਲੇ ਖਤਮ ਹੋ ਜਾਣ, ਤੇ ਫਿਰ ਰੱਬੀ ਫਕੀਰਾਂ ਨੂੰ ਵੀ ਹੱਥਾਂ ਦੇ ਵਿੱਚ ਸ਼ਮਸ਼ੀਰਾਂ ਫੜਨੀਆਂ ਪੈਂਦੀਆਂ ਹਨ। ਕਿਉਂਕਿ ਰਜ ਹਮਾ ਹੀਲਤੇ ਦਰ ਗੁਜਸਤ ਹਲਾਲ ਅਸਤ, ਬੁਰਦਨ ਬਾ ਸ਼ਮਸ਼ੀਰ ਦਸਤ। ਤੇ ਗੁਰੂ ਨਾਨਕ ਸਾਹਿਬ ਵੀ ਇਸੇ ਤਰ੍ਹਾਂ ਦੀ ਕ੍ਰਾਂਤੀਕਾਰੀ ਤੇ ਵੀਰ ਰਸੀ ਵਿਚਾਰ ਸੰਸਾਰ ਸਾਹਮਣੇ ਰੱਖਦਿਆਂ ਕਹਿੰਦੇ ਹਨ ਕਿ ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਜਿਹੜੇ ਜੀਵਨ 'ਚ ਇੱਜ਼ਤ ਨਹੀਂ ਹੈ, ਗੈਰਤ ਅਣਖ ਨਹੀਂ ਹੈ, ਤੂੰ ਸਿਰ ਚੱਕ ਕੇ ਜੀ ਨਹੀਂ ਸਕਦਾ ਹੈ, ਮਹਾਰਾਜ ਕਹਿੰਦੇ ਉਸ ਜੀਵਨ ਦੇ ਨਾਲੋਂ ਤੇ ਮਰ ਜਾਣਾ ਹੀ ਬਿਹਤਰ ਹੈ।
ਜੇ ਗੁਰੂ ਕਲਗੀਧਰ ਮਹਾਰਾਜ ਕਹਿੰਦੇ ਹਨ, ਹੈ ਕੋਈ ਗੁਰੂ ਦਾ ਬੇਟਾ ਜਿਹੜਾ ਕਰੇ ਸੀਸ ਭੇਟਾ, ਤੇ ਗੁਰੂ ਨਾਨਕ ਮਹਾਰਾਜ ਨੇ ਵੀ ਕਿਹਾ ਹੈ, ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ। ਫਰਕ ਕਿੱਥੇ ਹੈ? ਫਰਕ ਹੈ ਉਹਨਾਂ ਦੇ ਮਨ 'ਚ ਜਿਨ੍ਹਾਂ ਨੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸਮਝਿਆ ਨਹੀਂ ਹੈ। ਧੰਨ ਗੁਰੂ ਨਾਨਕ ਮਹਾਰਾਜ ਕਹਿੰਦੇ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੈ ਨੀਚ ਸੰਭਾਲੀਐ ਤਿੱਥੈ ਨਦਰ ਤੇਰੀ ਬਖਸ਼ੀਸ਼। ਤੇ ਗੁਰੂ ਕਲਗੀਧਰ ਮਹਾਰਾਜ ਕੀ ਕਹਿੰਦੇ ਹਨ, ਜਿਨ ਕੀ ਜ਼ਾਤ ਔਰ ਕੁਲ ਮਾਹੀ। ਫਰਕ ਕੀ? ਉਹੀ ਤੇ ਸਿਧਾਂਤ ਚੱਲਦਾ ਆ ਰਿਹਾ ਹੈ, ਜਿਨ ਕੀ ਜ਼ਾਤ ਔਰ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ, इन्हीं को सरदार बनाऊं, इन्हीं से राजे उपजाऊं, राज करण की रीत सिखाऊं, 1.25 लाख से एक लड़ाऊं, तबे गोबिंद सिंह नाम कहाऊं। इन गरीब सिखन को देऊं पातशाही, जे याद रखे हमरी गुरियाई। सतगुरां ने जदों 1699 ईस्वी की विसाखी ते खंडे की धार चों अमृत की दात बख्शी, खालसे नूं प्रगट किया, ते चारे पासे खालसे दियां वडियाइयां फैल गईयां, अमृत दियां वडियाइयां फैल गईयां कि ऐसी गजब दी अमृत दी दात आबे हयात दसम पातशाह जी ने बख्शिया है, जिन्हों धारण करके गिद्दड़ भी शेर बनते, कायर ते बुजदल भी सूरबीर बन रहे हैं। तो इतिहास कहता, पहाड़ी राजे सतगुरां नूं कहण लगे, जी असीं भी अमृत की दात लैना चाहुंदे, तुहाडे सिख बनना चाहुंदे हां। ते महाराज कहण लगे, आओ गुरु नानक दे घर दे दरवाजे ते सब दे लई खुले हन। ये कहण लगे, जी अमृत की दात ते लैनी है, पर एक परेशानी है जां एक शर्त है साडी। महाराज कहण लगे, शर्त किहड़ी गल दी है? जे दात लैनी है सिख बनना, आओ शर्तां दे नाल थोड़ा सिੱਖੀ मिलती है। इते आपा भाव कुर्बान करके सिੱਖੀ की दात मिलती है। जिन्हां दा वेखो रुतबा बहुत उच्चा है, 5 प्यारे सहबान पहाड़िए गुरु महाराज नूं अपने अगे झुकाउंदे रहे, पर झुका नहीं सके। औरंगजेब ने पूरी वाह लगाई, वजीर खां ने पूरा यतन किया कि गुरु गोबिंद सिंह साहब दा सिर साडे अगे झुक जावे, पर गुरु गोबिंद सिंह नूं झुका नहीं सके। जेड़े गुरु दा सिर ना औरंगजेब झुका सकिया, ना वजीर खां झुका सकिया, ना पहाड़ी राजे झुका सके। एक समा ऐसा आया सी जदों उस गुरु गोबिंद सिंह साहब दा भी सिर झुकिया, पर झुकिया किन्हां दे अगे है? जिन्हां ने पहला अपना सिर कुर्बान किया सी 5 प्यारे सहबानां दे अगे, जिन्हां अगे झुक के महाराज कहण लगे, हुण सानू भी अमृत दी दात बख्श के गोबिंद राय तो गोबिंद सिंह बनाओ। ते हुण जे 5 प्यारियां दा रुतबा इन्ना उच्चा है, इन्ना उच्चा है, और रुतबा उच्चा किदां बनया है? जे भाई दया सिंह पहला शर्तां रखण लग जांदे, जी सिर तां भेंट कर देवांगा, मेरी शर्त है। जे भाई धर्म सिंह, मोहकम सिंह, साहब सिंह कोई शर्तां रखण लग जांदे, जी आ शर्त है, ते फिर थोड़ा गल बननी सी। उन्हां ने कोई शर्त नहीं रखी, उन्हें इको गल कही, महाराज सिर है ही तुहाडा सी, मेरा मुझ में किछ नहीं, जो किछ है सो तेरा, तेरा तुझको सौंपते क्या लग गया मेरा। पर पहाड़ी राजे कहण लगे, जी अमृत की दात ते लवांगे, एक शर्त है साडी। महाराज कहण लगे, शर्तां दे नाल सिੱਖੀ कोई नहीं मिलती है, पर दसो की है शर्त तुहाडी? ये कहण लगे, जी अमृत ते असीं छकांगे, पर इक्को बाटे च तुसीं सारियां नूं अमृत छकाउंदे हो, ते ये चीज़ सानू प्रवान नहीं है। बाकी सारी मर्यादा तुसीं इन बिन फॉलो करो, जिद्दां तुसीं मर्यादा दे नाल अमृत तैयार करदे हो, पर साडे लई अमृत दा बाटा वखरा तैयार करदे हो, क्योंकि जदों तुसीं अमृत छकाउंदे हो, उहदे च ते किन्ने नीवीआं जातियां दे शूदर लोक हुंदे हन, ते जिन्हां ने अमृत की दात लई। वैसे तो सारे वेखो अमृत की दात लवो, सतगुरां दा पुरब मना रहे हैं,
ਤੇ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਦੇ ਬਚਨ ਹਨ ਕਿ ਪ੍ਰਥਮ ਰਹਿਤ ਜੈ ਜਾਨ ਖੰਡੇ ਕੀ ਪਾਉਲ ਛਕੈ। ਪਾਂਚ ਸਿੰਘ ਜੋ ਅੰਮ੍ਰਿਤ ਦੇ ਹੈ ਤਾਕੋ ਸਿਰ ਧਰ ਪੁਨ ਛਕ ਲੈ ਹੈ। ਪਾਂਚੋਂ ਮਿਲ ਕਰ ਰਹਿਤ ਜੋ ਭਾਖੈ ਤਾਕੋ ਮਨ ਮੈਂ ਦ੍ਰਿੜ ਕਰ ਰੱਖੈ। ਜਿਨ੍ਹਾਂ ਅੰਮ੍ਰਿਤ ਦੀ ਦਾਤ ਲਈ ਉਹ ਜਾਣਦੇ ਹਨ ਕਿ ਪੰਜ ਬਾਣੀਆਂ ਦਾ ਪਾਠ ਕਰਕੇ ਪੰਜ ਪਿਆਰੇ ਸਹਿਬਾਨ ਅੰਮ੍ਰਿਤ ਦੀ ਦਾਤ ਤਿਆਰ ਕਰਦੇ ਹਨ। ਫਿਰ ਅੰਮ੍ਰਿਤ ਅਬਲਾਖੀਆਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਜਾਂਦੀ ਹੈ। ਪੰਜ ਚੂਲੇ ਛਕਾਏ ਜਾਂਦੇ ਨੇ, ਪੰਜ ਨੇਤਰਾਂ 'ਚ ਪੰਜ ਕੇਸਾਂ 'ਚ ਪਾਏ ਜਾਂਦੇ ਹਨ ਤੇ ਥੱਲੇ ਇੱਕ ਬਾਟਾ ਰੱਖਿਆ ਹੁੰਦਾ ਹੈ। ਜੋ ਵੀ ਅੰਮ੍ਰਿਤ ਛਕਾਉਂਦੇ ਆ ਕੁਝ ਬੂੰਦਾਂ ਹੇਠਾਂ ਡਿੱਗਦੀਆਂ ਨੇ, ਉਹ ਬਾਟੇ 'ਚ ਜਾਂਦੀਆਂ ਹਨ। ਸਾਰਿਆਂ ਦੇ ਥੱਲੇ ਉਹੀ ਇੱਕ ਬਾਟਾ ਹੁੰਦਾ ਹੈ। ਉਦੋਂ ਬਾਅਦ ਜੋ ਅੰਮ੍ਰਿਤ ਤਿਆਰ ਕੀਤਾ ਹੋਇਆ ਬਾਕੀ ਬਚਦਾ ਹੈ, ਉਹ ਫਿਰ ਜਿੰਨੇ ਅੰਮ੍ਰਿਤ ਅਬਲਾਖੀ ਹਨ ਉਹਨਾਂ ਨੂੰ ਇੱਕ ਕਤਾਰ ਦੇ ਵਿੱਚ ਲਗਾ ਕੇ ਤੇ ਪਹਿਲੇ ਤੋਂ ਲੈ ਕੇ 10ਵੇਂ ਤੱਕ ਤੇ ਸਭ ਨੂੰ ਉਹ ਬਾਟੇ ਨੂੰ ਮੂੰਹ ਲਗਾ ਕੇ ਅੰਮ੍ਰਿਤ ਛਕਾਇਆ ਜਾਂਦਾ ਹੈ, ਪਿਆਇਆ ਜਾਂਦਾ ਹੈ। 1 ਤੋਂ 10 ਤੱਕ, ਫਿਰ 10 ਤੋਂ ਪਹਿਲੇ ਤੱਕ। ਕੋਈ ਇਹ ਨਾ ਕਵੇ ਕਿ ਮੈਂ ਤੇ 1 ਨੰਬਰ ਤੇ ਕਿਹੜਾ 10ਵੇਂ ਵਾਲੇ ਦਾ ਜੂਠਾ ਪੀਣਾ ਪੈਣਾ ਹੈ, ਜਾਂ ਕੋਈ ਕਵੇ ਮੈਂ 10ਵੇਂ ਤੇ ਹੁਣ ਪਹਿਲੇ ਵਾਲੇ ਪਾਸ। ਸਾਰਿਆਂ ਨੂੰ ਉਹ ਕਿਸੇ ਤਰ੍ਹਾਂ ਦਾ ਕੋਈ ਫਰਕ ਮਨ 'ਚ ਰਵੇ ਹੀ ਨਾ। ਇਹ ਚੰਗੀ ਤਰ੍ਹਾਂ ਅੰਦਰ ਅਹਿਸਾਸ ਹੋ ਜਾਵੇ ਕਿ ਅਸੀਂ ਸਾਰੇ ਇੱਕ ਹਾਂ। ਇਹ ਅੰਮ੍ਰਿਤ ਦੀ ਇੱਕ ਮਰਿਆਦਾ ਹੈ। ਇਹ ਚੀਜ਼ ਪਹਾੜੀਆਂ ਨੂੰ ਪ੍ਰਵਾਨ ਨਹੀਂ ਸੀ ਕਿ ਕਿਸੇ ਦੂਜੇ ਦਾ, ਸ਼ੂਦਰ ਦਾ ਜੂਠਾ ਸਾਨੂੰ ਪੀਣਾ ਪਵੇ। ਕਹਿਣ ਲੱਗੇ ਜੀ ਸਾਡੇ ਲਈ ਜੇ ਅੰਮ੍ਰਿਤ ਦਾ ਬਾਟਾ ਵੱਖਰਾ ਤਿਆਰ ਕਰ ਦਵੋ ਫਿਰ ਅਸੀਂ ਅੰਮ੍ਰਿਤ ਛਕ ਕੇ ਤੁਹਾਡੇ ਸਿੱਖ ਬਣਾਂਗੇ। ਤੇ ਗੁਰੂ ਕਲਗੀਧਰ ਮਹਾਰਾਜ ਕਹਿਣ ਲੱਗੇ ਹਰਗਿਜ਼ ਪ੍ਰਮਾਣ ਨਹੀਂ ਹੋ ਸਕਦਾ। ਪਹਿਲੀ ਗੱਲ ਤੇ ਕੋਈ ਸ਼ੂਦਰ ਤੁਹਾਡੀ ਨਜ਼ਰ 'ਚ ਹੋ ਸਕਦਾ ਹੈ, ਸਾਡੀ ਨਜ਼ਰ 'ਚ ਨਹੀਂ ਹੈ। ਕੋਈ ਨੀਵਾਂ ਤੁਹਾਡੀ ਨਜ਼ਰ 'ਚ ਹੋ ਸਕਦਾ ਹੈ, ਸਾਡੀ ਨਜ਼ਰ 'ਚ ਕੋਈ ਨੀਵਾਂ ਨਹੀਂ ਹੈ। ਕਿਉਂਕਿ ਗੁਰੂ ਨਾਨਕ ਜੀ ਦੇ ਘਰ ਦਾ ਸਿਧਾਂਤ ਹੈ ਏਕ ਪਿਤਾ ਏਕ ਸਕੇ ਹਮ ਬਾਰਕ। ਦਸਮ ਪਾਤਸ਼ਾਹ ਕਹਿੰਦੇ ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨ। ਇੱਥੋਂ ਤੱਕ ਉਹਨਾਂ ਨੇ ਕਿਹਾ, ਕਹਿੰਦੇ ਤੁਸੀਂ ਸ਼ੂਦਰ ਕਹਿ ਰਹੇ ਹੋ, ਪਰ ਜੇ ਸਾਡੇ ਕੋਲ ਪੁੱਛੋ ਜਿੱਥੇ ਅੱਜ ਅਸੀਂ ਹਾਂ ਇਹਨਾਂ ਕਰਕੇ ਹੀ ਹਾਂ। ਜੇ ਇਹ ਨਾ ਹੁੰਦੇ ਤੇ ਅਸੀਂ ਵੀ ਨਾ ਹੁੰਦੇ। ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੋ ਗਰੀਬ ਕਰੋੜ ਪਰੇ। ਸਤਿਗੁਰੂ ਕਹਿਣ ਲੱਗੇ ਮਨੁੱਖਤਾ ਨੂੰ ਇੱਕ ਕਰਨ ਦੇ ਲਈ ਤੇ ਅਸੀਂ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਹੈ ਤੇ ਤੁਸੀਂ ਅੰਮ੍ਰਿਤ ਦੇ ਬਾਟੇ 'ਚ ਹੀ ਵੰਡੀਆਂ ਪਾਉਣੀਆਂ ਚਾਹੁੰਦੇ ਹੋ। ਇਹ ਹਰਗਿਜ਼ ਨਹੀਂ ਹੋ ਸਕਦਾ ਹੈ। ਵੈਸੇ ਵੇਖੋ ਅੱਜ ਦੀ ਸਾਡੀ ਅਗਿਆਨਤਾ ਨੇ ਕਈ ਤਰ੍ਹਾਂ ਦੀਆਂ ਵੰਡੀਆਂ ਪਾ ਦਿੱਤੀਆਂ ਨੇ। ਅਸੀਂ ਧੜਿਆਂ ਦੇ ਸਿੱਖ ਬਣ ਕੇ ਰਹਿ ਗਏ ਹਾਂ। ਆਪਣੇ ਧੜੇ ਦੀ ਖਾਤਰ ਤੇ ਅਸੀਂ ਕਹਿੰਦੇ ਆ ਮਰ ਮਿਟਾਂਗੇ, ਅਸੀਂ ਵਫਾਦਾਰ ਸਿਪਾਹੀ ਹਾਂ ਜੀ ਆਪਣੇ ਧੜੇ ਦੇ। ਪਰ ਜਿਹੜੀ ਗੁਰੂ ਪ੍ਰਤੀ ਵਫਾਦਾਰੀ ਨਿਭਾਉਣੀ ਹੁੰਦੀ ਆ ਉੱਥੇ ਅਸੀਂ ਥਿੜਕ ਜਾਂਦੇ ਹਾਂ, ਕਿਉਂਕਿ ਧੜਿਆਂ ਦੇ ਨਾਲ ਜੁੜ ਗਏ ਆ। ਇੱਕ ਬੜੀ ਪਿਆਰੀ ਇਤਿਹਾਸ ਦੀ ਸਾਖੀ ਆ, ਘਟਨਾ ਹੈ ਕਿ ਸਤਿਗੁਰੂ ਗੁਰੂ ਕਲਗੀਧਰ ਮਹਾਰਾਜ ਦਰਬਾਰ 'ਚ ਆਉਂਦੇ ਨੇ। ਇਸੇ ਤਰ੍ਹਾਂ ਸੰਗਤ, ਇੱਕ ਪਾਸੇ ਬੀਬੀਆਂ, ਇੱਕ ਪਾਸੇ ਵੀਰ ਸਿੰਘ ਸਿੰਘਣੀਆਂ। ਤੇ ਜਦੋਂ ਸਤਿਗੁਰੂ ਆ ਰਹੇ ਨੇ ਤੇ ਸਾਰੇ ਖੜੇ ਹੋ ਗਏ ਮਹਾਰਾਜ ਜੀ ਦੇ ਅਦਬ ਦੇ ਲਈ। ਅੱਗੇ ਹੋ ਕੇ ਸਿੱਖ ਨੇ ਫਤਿਹ ਬੁਲਾਈ। ਧੰਨ ਗੁਰੂ ਕਲਗੀਧਰ ਮਹਾਰਾਜ ਕਹਿਣ ਲੱਗੇ ਤੂੰ ਕਿਹਦਾ ਸਿੰਘ ਹੈ? ਇਹਨੇ ਕੋਲ ਖਲੋਤੀ ਆਪਣੀ ਘਰਵਾਲੀ ਵਾਲੇ ਪਾਸੇ ਇਸ਼ਾਰਾ ਕਰਕੇ ਕਿਹਾ ਜੀ ਮੈਂ ਉਹ ਸਿੰਘਣੀ ਦਾ ਸਿੰਘ ਹਾਂ। ਥੋੜਾ ਅੱਗੇ ਸਤਿਗੁਰੂ ਆਏ, ਦੂਜੇ ਨੇ ਫਤਿਹ ਬੁਲਾਈ। ਮਹਾਰਾਜ ਕਹਿਣ ਲੱਗੇ ਤੂੰ ਕਿਹਦਾ ਸਿੰਘ? ਉਹਨੇ ਵੀ ਪਹਿਲੇ ਵਾਲੇ ਵਾਂਗ ਸੋਚ ਕੇ ਦੱਸ ਦਿੱਤਾ ਜੀ ਮੈਂ ਮੇਰੀ ਉਹ ਸਿੰਘਣੀ, ਮੈਂ ਉਹਦਾ ਸਿੰਘ। ਅੱਗੇ ਇੱਕ ਬੀਬੀ ਨੇ ਫਤਿਹ ਬੁਲਾਈ। ਸਤਿਗੁਰੂ ਕਹਿਣ ਲੱਗੇ ਤੂੰ ਕਿਹਦੀ ਸਿੰਘਣੀ? ਉਹਨੇ ਆਪਣੇ ਸਿੱਖ ਦਾ ਨਾਂ ਦੱਸਦਿਆਂ ਕਿਹਾ ਜੀ ਮੈਂ ਫਲਾਣੇ ਸਿੰਘ ਦੀ ਸਿੰਘਣੀ। ਫਿਰ ਇੱਕ ਨੂੰ ਸਤਿਗੁਰਾਂ ਪੁੱਛਿਆ, ਉਹਨੇ ਆਪਣੇ ਪਤੀ ਦਾ ਨਾਂ ਦੱਸਦਿਆਂ ਕਿਹਾ ਮੈਂ ਫਲਾਣੇ ਸਿੰਘ ਦੀ ਸਿੰਘਣੀ। ਤੇ ਸਤਿਗੁਰੂ ਹੱਸਦਿਆਂ ਹੱਸਦਿਆਂ ਆਏ ਸਿੰਘਾਸਨਾਂ ਤੇ ਬਹਿ ਕੇ ਕਹਿਣ ਲੱਗੇ ਸਿੰਘ ਹੋ ਗਏ ਸਿੰਘਣੀਆਂ ਦੇ ਤੇ ਸਿੰਘਣੀਆਂ ਹੋ ਗਈਆਂ ਸਿੰਘਾਂ ਦੀਆਂ, ਤੇ ਗੁਰੂ ਦਾ ਕੌਣ ਹੋਇਆ? ਉਹ ਭਲਿਓ ਸਿੰਘਾਂ ਦੀਆਂ ਸਿੰਘਣੀਆਂ ਤੇ ਸਿੰਘਣੀਆਂ ਦੇ ਸਿੰਘ ਹੀ ਨਾ ਬਣ ਕੇ ਰਹਿ ਜਾਇਓ, ਗੁਰੂ ਦੇ ਬਣਿਓ। ਅੱਜ ਵੇਖੋ ਸੱਚ ਇਹ ਆ, ਬੰਦਾ ਕਹਿੰਦਾ ਅਸੀਂ ਉਸ ਜਥੇਬੰਦੀ ਦੇ ਸਿੰਘ ਹਾਂ ਜੀ, ਅਸੀਂ ਉਸ ਧੜੇ ਦੇ ਸਿੰਘ ਹਾਂ, ਅਸੀਂ ਉਸ ਧੜੇ ਦਾ ਅੰਮ੍ਰਿਤ ਛਕਿਆ ਹੈ। ਤੇ ਗੱਲ ਉਹੀ ਬਣ ਗਈ ਆ ਕਿ ਅਸੀਂ ਧੜੇ ਬੰਦੀਆਂ ਦੇ ਸਿੱਖ ਤੇ ਬਣ ਕੇ ਰਹਿ ਗਏ ਹਾਂ, ਪਰ ਗੁਰੂ ਦੇ ਸਿੱਖ ਬਣਨ ਵਾਲੇ ਪਾਸਿਓ ਅਸੀਂ ਬੜਾ ਦੂਰ ਜਾ ਚੁੱਕੇ ਹਾਂ।
ਧੜੇ ਬੰਦੀਆਂ ਦੇ ਹੀ ਸਿੰਘ ਨਾ ਬਣ ਕੇ ਰਹਿ ਜਾਈਏ, ਗੁਰੂ ਦੇ ਸਿੰਘ ਬਣਨਾ ਹੈ, ਗੁਰੂ ਦੇ ਬਣ ਕੇ ਰਹਿਣਾ ਹੈ। ਮਹਾਰਾਜ ਕਹਿਣ ਲੱਗੇ ਅੰਮ੍ਰਿਤ ਦਾ ਬਾਟਾ ਤੇ ਅਸੀਂ ਮਨੁੱਖਤਾ ਨੂੰ ਇੱਕ ਕਰਨ ਦੇ ਲਈ ਬਣਾਇਆ ਹੈ, ਤੇ ਤੁਸੀਂ ਅੰਮ੍ਰਿਤ ਦੇ ਬਾਟੇ 'ਚ ਵੰਡੀਆਂ ਪਾਣ ਦੀ ਗੱਲ ਕਰ ਰਹੇ ਜੇ, ਹਰਗਿਜ਼ ਵੰਡੀਆਂ ਨਹੀਂ ਪੈ ਸਕਦੀਆਂ। ਤੇ ਪਹਾੜੀਆਂ ਨੇ ਬੜੀਆਂ ਧਮਕੀਆਂ ਦਿੱਤੀਆਂ, ਜੇ ਤੁਸੀਂ ਸਾਡੀਆਂ ਸ਼ਰਤਾਂ ਨੂੰ ਕਬੂਲ ਨਹੀਂ ਕਰੋਗੇ ਅਸੀਂ ਤੁਹਾਨੂੰ ਆਨੰਦਪੁਰ ਨਹੀਂ ਜੇ ਰਹਿਣ ਦੇਣਾ, ਅਸੀਂ ਤੁਹਾਡਾ ਆਨੰਦਪੁਰ ਤਬਾਹ ਕਰ ਦੇਵਾਂਗੇ, ਤੁਹਾਡੇ ਕਿਲੇ ਤਬਾਹ ਕਰ ਦੇਵਾਂਗੇ, ਤੁਹਾਡਾ ਪਰਿਵਾਰ ਤਬਾਹ ਕਰ ਦੇਵਾਂਗੇ। ਧੰਨ ਗੁਰੂ ਕਲਗੀਧਰ ਮਹਾਰਾਜ ਕਹਿਣ ਲੱਗੇ ਕੁਰਬਾਨੀ ਜਿਹੜੀ ਮਰਜ਼ੀ ਦੇਣੀ ਪਵੇ ਦੇਵਾਂਗੇ, ਜੋ ਹੋਵੇਗਾ ਵੇਖਿਆ ਜਾਏਗਾ, ਪਰ ਸਿਧਾਂਤ ਪ੍ਰਤੀ ਸਮਝੌਤਾ ਸਾਨੂੰ ਕਬੂਲ ਨਹੀਂ ਹੈ। ਸਿਧਾਂਤ ਦੇ ਨਾਲ ਅਸੀਂ ਸਮਝੌਤਾ ਨਹੀਂ ਕਰ ਸਕਦੇ। ਸਿੱਖੀ ਇੱਕ ਸਿਧਾਂਤ ਦਾ ਨਾਮ ਹੈ, ਸਿਧਾਂਤ ਦਾ ਨਾਮ ਕਿਸੇ ਬਾਹਰ ਦੇ ਪਹਿਰਾਵੇ ਦਾ ਨਾਮ ਨਹੀਂ ਹੈ, ਕਿਸੇ ਬਾਹਰ ਦੇ ਵਿਖਾਵੇ ਦਾ ਨਾਮ ਨਹੀਂ ਹੈ। ਗੁਰੂ ਮਹਾਰਾਜ ਨੇ ਸਾਨੂੰ ਇੱਕ ਸਿਧਾਂਤ, ਇੱਕ ਮਰਿਆਦਾ, ਇੱਕ ਡਿਸਿਪਲਿਨ ਦੀ ਦਾਤ ਬਖਸ਼ਿਸ਼ ਕੀਤੀ ਹੈ, ਤੇ ਸਾਡਾ ਸਭ ਦਾ ਫਰਜ਼ ਬਣਦਾ ਹੈ ਉਸ ਡਿਸਿਪਲਿਨ ਦੇ, ਉਸ ਮਰਿਆਦਾ ਦੇ ਧਾਰਨੀ ਬਣ ਕੇ ਰਹੀਏ। ਗੁਰੂ ਦੀਆਂ ਖੁਸ਼ੀਆਂ ਤਾਂ ਮਿਲ ਸਕਦੀਆਂ ਹਨ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਜੇ ਤੁਸੀਂ ਸਾਡੀ ਸ਼ਰਤ ਨਾ ਮੰਨੀ ਅਸੀਂ ਤੁਹਾਨੂੰ ਆਨੰਦਪੁਰ ਨਹੀਂ ਰਹਿਣ ਦੇਵਾਂਗੇ। ਉਦੋਂ ਬਾਅਦ ਜੋ ਕੁਝ ਹੋਇਆ ਇਤਿਹਾਸ ਆਪ ਜਾਣਦੇ ਹੋ। ਇਹਨਾਂ ਨੇ ਮਨ ਦੀ ਈਰਖਾ ਨਹੀਂ ਛੱਡੀ। ਅੰਮ੍ਰਿਤ ਦੀ ਦਾਤ ਸਤਿਗੁਰਾਂ ਨੇ ਜਦੋਂ ਬਖਸ਼ੀ, ਉਦੋਂ ਬਾਅਦ 1699 ਨੂੰ ਖਾਲਸੇ ਨੂੰ ਪ੍ਰਗਟ ਕੀਤਾ। 1704 ਤੱਕ ਆ ਜਿਹੜੇ 4-5 ਸਾਲ ਸਨ ਕਰੀਬਨ ਜੰਗਾਂ ਦੇ ਵਿੱਚ ਹੀ ਲੰਘੇ ਸਨ। ਪਹਾੜੀਆਂ ਨੇ ਇੱਕ ਤੋਂ ਵੱਧ ਇੱਕ ਈਰਖਾ ਸਤਿਗੁਰਾਂ ਦੇ ਨਾਲ ਕਰਕੇ ਔਰੰਗਜ਼ੇਬ ਵਜ਼ੀਰ ਖਾਂ ਦੇ ਕੰਨ ਭਰ ਭਰ ਕੇ ਹਮਲੇ ਕਰਵਾਏ ਸਨ। ਪਰ ਗੱਲ ਜਿਹੜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਹੀ ਕਿ ਅਸੀਂ ਗਰੀਬਾਂ ਦੀ ਬਾਹ ਫੜਨੀ, ਅਸੀਂ ਉਹਨਾਂ ਦੇ ਨਾਲ ਹਾਂ, ਜੋ ਹੋਵੇ ਸੋ ਹੋਵੇ, ਦੇਖਿਆ ਜਾਏਗਾ। ਉਹਨਾਂ ਕੁਰਬਾਨੀਆਂ ਵੀ ਕੀਤੀਆਂ। ਅਖੀਰ ਇਹ ਵੀ ਬਚਨ ਕਹੇ ਜਦੋਂ ਪੁੱਛਿਆ ਮਾਤਾਵਾਂ ਨੇ, ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ ਦਮਦਮਾ ਸਾਹਿਬ ਦੀ ਧਰਤੀ ਤੇ ਸਤਿਗੁਰਾਂ ਨੂੰ ਜਦੋਂ ਮਿਲੇ, ਚਮਕੌਰ ਦੀਆਂ ਸ਼ਹਾਦਤਾਂ ਹੋ ਚੁੱਕੀਆਂ ਸਨ, ਸਰਹੰਦ ਦੇ ਭਾਣੇ ਵਰਤ ਚੁੱਕੇ ਸਨ, ਤੇ ਮਾਤਾਵਾਂ ਪਹੁੰਚੀਆਂ। ਦਰਬਾਰ 'ਚ ਹੋਰ ਸਿੱਖ ਬੈਠੇ ਹੋਏ ਸਨ, ਪਰ ਉਹਨਾਂ ਦੇ 4 ਪੁੱਤਾਂ 'ਚੋਂ ਬੱਚਿਆਂ 'ਚੋਂ ਇੱਕ ਵੀ ਨਾ। ਤੇ ਪੁੱਛਿਆ ਜੀ ਸਾਡੇ ਪੁੱਤ ਕਿੱਥੇ ਨੇ? ਨਾ ਅਜੀਤ ਸਿੰਘ ਦਿਸ ਰਿਹਾ, ਨਾ ਜੁਝਾਰ ਸਿੰਘ, ਨਾ ਜੋਰਾਵਾਰ ਸਿੰਘ, ਨਾ ਫਤਿਹ ਸਿੰਘ। ਤੇ ਧੰਨ ਗੁਰੂ ਕਲਗੀਧਰ ਮਹਾਰਾਜ ਨੇ ਇੱਕੋ ਗੱਲ ਕਹੀ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਕੀ ਹੋਇਆ? 4 ਮੁੱਕ ਗਏ, ਸਾਰੇ ਮੇਰੇ ਪੋਤੀ ਤੇ ਹਨ, ਸਾਰੇ ਤੁਹਾਡੇ ਪੋਤੀ ਤੇ ਹਨ, ਉਦੋਂ ਬਾਹਰ ਕੌਣ? ਉਹਨਾਂ ਸਾਨੂੰ ਆਪਣੇ ਬਣਾਇਆ, ਕਿਉਂਕਿ ਉਹ ਕਿਸੇ ਇੱਕ ਦੇ ਨਹੀਂ, ਉਹ ਸਭ ਦੇ ਸਾਂਝੇ ਸਨ, ਤੇ ਉਹ ਸਾਂਝੇ ਬਣ ਕੇ ਚੱਲੇ। ਪਰ ਉਹਨਾਂ ਨੇ ਜ਼ੁਲਮ ਦਾ ਡਟ ਕੇ ਮੁਕਾਬਲਾ ਕੀਤਾ। ਨਾ ਜ਼ੁਲਮ ਕਰਨਾ ਤੇ ਨਾ ਜ਼ੁਲਮ ਸਹਿਣਾ ਹੈ। ਜਿਹੜੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਨੇ ਕਹੀ ਸੀ, ਭੈ ਕਾਹੂ ਕੋ ਦੇਤ ਨੈ ਪੈ ਮਾਨਤ ਆਨ। ਧੰਨ ਗੁਰੂ ਕਲਗੀਧਰ ਮਹਾਰਾਜ ਕਹਿੰਦੇ ਜਦੋਂ ਸਾਰੇ ਹੀਲੇ ਵਸੀਲੇ ਖਤਮ ਹੁੰਦੇ ਹਨ ਤੇ ਫਿਰ ਸ਼ਮਸ਼ੀਰ ਚੁੱਕਣੀ ਹੀ ਪੈਂਦੀ ਹੈ। ਧੰਨ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਦਮਦਮਾ ਸਾਹਿਬ ਤੋਂ ਜਾਂਦੇ ਪਏ ਸਨ ਤੇ ਔਰੰਗਜ਼ੇਬ ਦੀ ਮੌਤ ਹੋ ਗਈ। ਉਹਦੇ ਪੁੱਤਰਾਂ ਦੇ ਵਿੱਚ ਸਿੰਘਾਸਨ ਨੂੰ ਲੈ ਕੇ ਤੇ ਸੰਘਰਸ਼ ਸ਼ੁਰੂ ਹੋ ਗਿਆ। ਇੱਕ ਪਾਸੇ ਸ਼ਾਹ ਸੁਜਾ ਸੀ, ਦੂਜੇ ਪਾਸੇ ਬਹਾਦਰ ਸ਼ਾਹ ਸੀ। ਤੇ ਬਹਾਦਰ ਸ਼ਾਹ ਨੇ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਮਦਦ ਦੇ ਲਈ ਬੇਨਤੀ ਭੇਜੀ ਕਿ ਤੁਸੀਂ ਮਦਦ ਕਰੋ ਤਾਂ ਕਿ ਮੈਂ ਤਖਤ ਹਾਸਲ ਕਰ ਸਕਾਂ। ਧੰਨ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਅਸੀਂ ਮਦਦ ਜ਼ਰੂਰ ਕਰਾਂਗੇ। ਆਨੰਦਪੁਰ ਸਾਹਿਬ 8 ਮਹੀਨੇ ਦਾ ਘੇਰਾ ਪਿਆ ਰਿਹਾ, ਜੰਗਾਂ ਹੋਈਆਂ, ਸਾਨੂੰ ਕੋਈ ਉਹਦੇ ਤੇ ਸ਼ਿਕਵਾ ਨਹੀਂ ਹੈ, ਕੋਈ ਇਤਰਾਜ਼ ਨਹੀਂ ਹੈ। ਚਮਕੌਰ ਦਾ ਮੈਦਾਨ ਠੀਕ ਹੈ, 40 ਇੱਕ ਪਾਸੇ, 10 ਲੱਖ ਇੱਕ ਪਾਸੇ, ਪਰ ਸਾਨੂੰ ਉਹਦਾ ਵੀ ਕੋਈ ਅਲਾਮਾ ਨਹੀਂ ਹੈ। ਜੇ ਸਾਡੇ ਵੱਡੇ ਪੁੱਤ ਸ਼ਹੀਦ ਹੋਏ ਮੈਦਾਨੇ ਜੰਗ 'ਚ, ਸਾਹਮਣੇ ਮੁਕਾਬਲਾ ਕਰਦਿਆਂ ਸ਼ਹੀਦ ਹੋਏ, ਪਰ ਸਾਨੂੰ ਉਲਾਮਾ ਇਸ ਗੱਲ ਦਾ ਹੈ ਕਿ ਸਾਡੇ ਛੋਟੇ ਸਾਹਿਬਜ਼ਾਦੇ 6 ਤੇ 8 ਸਾਲ ਦੇ ਬੱਚੇ
ਤੇ ਕਰੀਬਨ 80 ਸਾਲ ਦੀ ਬਜ਼ੁਰਗ ਮਾਤਾ, ਉਹਨਾਂ ਨੂੰ ਵਜ਼ੀਰ ਖਾਨ ਵਰਗੇ ਜ਼ਾਲਮ ਨੇ ਜਿਵੇਂ ਸ਼ਹੀਦ ਕੀਤਾ। ਇਹ ਜ਼ੁਲਮ ਹੈ, ਇਹ ਬਰਦਾਸ਼ਤ ਤੋਂ ਪਰੇ ਦੀ ਗੱਲ ਹੈ, ਇਹ ਜ਼ੁਲਮ ਹੈ। ਹਾਂ, ਮੈਦਾਨੇ ਜੰਗ 'ਚ ਮੁਕਾਬਲਾ ਹੁੰਦਿਆਂ ਮਰਦੇ ਕੋਈ ਪਰਵਾਹ ਨਹੀਂ ਸੀ, ਸੂਰਮਿਆਂ ਦੀ ਤਰ੍ਹਾਂ ਮਰਨਾ ਮਾਰਨਾ ਮੈਦਾਨੇ ਜੰਗ 'ਚ ਕੁਝ ਹੁੰਦਾ ਹੈ। ਪਰ ਜੋ ਸਰਹੰਦ ਦੀ ਧਰਤੀ ਤੇ ਹੋਇਆ ਉਹ ਜ਼ੁਲਮ ਹੋਇਆ। ਜੇ ਤੂੰ ਉਸ ਜ਼ੁਲਮ ਦਾ ਇਨਸਾਫ ਕਰੇਂਗਾ, ਜ਼ੁਲਮ ਕਰਨ ਵਾਲੇ ਵਜ਼ੀਰ ਖਾਨ ਨੂੰ ਉਹਦੇ ਕੀਤੇ ਦੀ ਸਜ਼ਾ ਦੇਣ ਦੀ ਹਾਮੀ ਭਰਦਾ ਹੈ, ਤੇ ਫਿਰ ਅਸੀਂ ਤੇਰੀ ਮਦਦ ਦੇ ਲਈ ਤਿਆਰ ਹਾਂ। ਇਹਨੇ ਕਿਹਾ, ਜੀ ਠੀਕ ਹੈ ਮਹਾਰਾਜ, ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ, ਇੱਕ ਵਾਰੀ ਤਖਤ ਪ੍ਰਾਪਤ ਹੋ ਜਾਏ ਉਦੋਂ ਬਾਅਦ ਵਜ਼ੀਰ ਖਾਨ ਨੂੰ ਸਜ਼ਾ ਜ਼ਰੂਰ ਦਿੱਤੀ ਜਾਏਗੀ। ਮੈਂ ਵੀ ਮੰਨਦਾ ਉਹਨੇ ਜੋ ਕੀਤਾ ਜ਼ੁਲਮ ਕੀਤਾ ਹੈ। ਮਹਾਰਾਜ ਨੇ ਫੌਜਾਂ ਭੇਜੀਆਂ। ਉਧਰ ਬਹਾਦਰ ਸ਼ਾਹ ਤੇ ਸ਼ਾਹ ਸੁਜਾ ਦੋਵਾਂ ਦੀਆਂ ਫੌਜਾਂ ਦਾ ਜੰਗ ਚੱਲ ਰਿਹਾ ਸੀ, ਤੇ ਸ਼ਾਹ ਸੁਜਾ ਦੀਆਂ ਫੌਜਾਂ ਐਨ ਬਹਾਦਰ ਸ਼ਾਹ ਦੀਆਂ ਫੌਜਾਂ ਤੇ ਹਾਵੀ ਸਨ। ਤੇ ਬਹਾਦਰ ਸ਼ਾਹ ਨੂੰ ਇੱਦਾਂ ਲੱਗ ਰਿਹਾ ਸੀ ਕਿ ਹੁਣ ਮੈਦਾਨ ਮੇਰੇ ਹੱਥੋਂ ਗਿਆ, ਸ਼ਾਹ ਸੁਜਾ ਜਿੱਤ ਪ੍ਰਾਪਤ ਕਰ ਲਏਗਾ। ਐਨ ਮੌਕੇ ਤੇ ਗੁਰੂ ਕਾ ਭੇਜਿਆ ਹੋਇਆ ਜਥਾ ਪਹੁੰਚ ਗਿਆ। ਗੁਰੂ ਕੇ ਯੋਧੇ ਇੰਨੀ ਬਹਾਦਰੀ ਦੇ ਨਾਲ ਲੜੇ, ਉਹਨਾਂ ਨੇ ਮੈਦਾਨ ਦਾ ਪਾਸਾ ਹੀ ਬਦਲ ਕੇ ਰੱਖ ਦਿੱਤਾ। ਬਹਾਦਰ ਸ਼ਾਹ ਨੂੰ ਜਿੱਤ ਪ੍ਰਾਪਤ ਹੋ ਗਈ, ਬਾਦਸ਼ਾਹ ਬਣ ਗਿਆ ਹਿੰਦੁਸਤਾਨ ਦਾ। ਫਿਰ ਗੁਰੂ ਕਲਗੀਧਰ ਮਹਾਰਾਜ ਦੇ ਨਾਲ ਮੁਲਾਕਾਤ ਹੋਈ। ਮਹਾਰਾਜ ਕਹਿਣ ਲੱਗੇ, ਹੁਣ ਕਰ ਕੀਤਾ ਹੋਇਆ ਵਾਅਦਾ ਪੂਰਾ। ਇਹ ਕਹਿਣ ਲੱਗਾ, ਜੀ ਵੇਖੋ ਵਾਅਦਾ ਤੇ ਮੈਂ ਪੂਰਾ ਕਰਾਂਗਾ, ਪਰ ਵਜ਼ੀਰ ਖਾਨ ਦੀ ਤਾਕਤ ਬੜੀ ਹੈ, ਅਜੇ ਮੇਰੀ ਹਕੂਮਤ ਤੇ ਪੂਰੀ ਪਕੜ ਨਹੀਂ ਹੈ। ਕੁਝ ਦਿਨ ਮੈਂ ਹਕੂਮਤ ਤੇ ਪੂਰੀ ਪਕੜ ਬਣਾ ਲਵਾਂ, ਉਦੋਂ ਬਾਅਦ ਵਜ਼ੀਰ ਖਾਨ ਤੇ ਐਕਸ਼ਨ ਜ਼ਰੂਰ ਲਵਾਂਗਾ। ਮਹਾਰਾਜ ਕਹਿਣ ਲੱਗੇ, ਕੋਈ ਨਾ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਇਹ ਦੱਖਣ ਵਾਲੇ ਪਾਸੇ ਨੂੰ ਵੀ ਜਾਂਦਾ ਹੈ। ਕਿੰਨੀ ਵਾਰੀ ਮਹਾਰਾਜ ਨੇ ਕਿਹਾ, ਹੁਣ ਤਾਂ ਤੇਰੀ ਪਕੜ ਬਣ ਚੁੱਕੀ ਹੈ, ਜਿਹੜਾ ਵਾਅਦਾ ਕੀਤਾ ਸੀ ਹੁਣ ਕਰ ਪੂਰਾ। ਇਹ ਟਾਲਦਾ ਰਿਹਾ, ਕਦੇ ਕੋਈ ਬਹਾਨਾ ਕਦੇ ਕੋਈ ਬਹਾਨਾ। ਅਖੀਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਨੰਦੇੜ ਪਹੁੰਚੇ ਹਨ, ਮਹਾਰਾਜ ਨੇ ਫਿਰ ਇਹਨੂੰ ਇਹਦਾ ਕੀਤਾ ਹੋਇਆ ਵਾਅਦਾ ਚੇਤੇ ਕਰਾਇਆ। ਇਹਨੇ ਫਿਰ ਜਦੋਂ ਕੰਨੀ ਕਤਰਾ ਲਈ, ਮਹਾਰਾਜ ਕਹਿਣ ਲੱਗੇ, ਕੋਈ ਨਾ, ਹੁਣ ਤੂੰ ਜਿੱਧਰ ਜਾਣਾ ਜਾ, ਤੇ ਜੋ ਅਸੀਂ ਕਰਨਾ ਅਸੀਂ ਕਰ ਲਵਾਂਗੇ। ਸਤਿਗੁਰੂ ਸੱਚੇ ਵੇਖੋ ਕਿਉਂ ਹੱਥ ਦੇ ਵਿੱਚ ਸ਼ਮਸ਼ੀਰ ਫੜਨੀ ਪਈ ਗੁਰੂ ਮਹਾਰਾਜ ਜੀ ਨੂੰ। ਉਹਨਾਂ ਪਹਿਲਾਂ ਵੀ ਕਿਹਾ ਨਾ, ਮਜਬੂਰ ਜਦੋਂ ਹੋਈਏ ਤੇ ਫਿਰ ਸ਼ਮਸ਼ੀਰ ਚੁੱਕਣੀ ਪੈਂਦੀ ਹੈ। ਜਦੋਂ ਕਾਨੂੰਨ ਚਲਾਉਣ ਵਾਲੇ ਲੋਕ ਕੰਮ ਕਾਨੂੰਨੀ ਤਰੀਕੇ ਦੇ ਨਾਲ ਆਪ ਹੀ ਨਹੀਂ ਕਰਦੇ ਹਨ, ਜਦੋਂ ਉਹ ਲੋਕ ਆਪ ਹੀ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹਨ, ਆਮ ਲੋਕਾਂ ਦੇ ਮਨਾਂ 'ਚ ਫੇਰੀ ਬਗਾਵਤ ਪੈਦਾ ਹੁੰਦੀ ਹੈ। ਅੱਜ ਦਾ ਸਮਾਂ ਵੀ ਵੇਖ ਲਈਏ, ਉਦੋਂ ਦਾ ਸਮਾਂ ਵੀ ਵੇਖ ਲਈਏ। ਜੇ ਬਹਾਦਰ ਸ਼ਾਹ ਐਨ ਕਾਨੂੰਨੀ ਤਰੀਕੇ ਦੇ ਨਾਲ ਇਨਸਾਫ ਕਰਕੇ ਵਜ਼ੀਰ ਖਾਨ ਨੂੰ ਸਜ਼ਾ ਦਿੰਦਾ, ਤੇ ਧੰਨ ਗੁਰੂ ਕਲਗੀਧਰ ਮਹਾਰਾਜ ਨੂੰ ਬੰਦੇ ਨੂੰ ਬਹਾਦਰ ਬਣਾ ਕੇ ਭੇਜਣ ਦੀ ਲੋੜ ਨਹੀਂ ਸੀ ਪੈਣੀ। ਮਹਾਰਾਜ ਕਹਿਣ ਲੱਗੇ, ਜੇ ਇਹ ਬਹਾਦਰ ਸ਼ਾਹ ਆਪਣੇ ਵਾਅਦੇ ਤੋਂ ਮੁੱਕਰ ਗਿਆ ਹੈ, ਫਿਰ ਅਸੀਂ ਬੰਦੇ ਨੂੰ ਬਹਾਦਰ ਬਣਾ ਕੇ ਭੇਜਾਂਗੇ। ਇਹ ਜਾ ਕੇ ਵਜ਼ੀਰ ਖਾਨ ਨੂੰ ਵੀ ਸੋਧੇਗਾ ਤੇ ਸਰਹੰਦ ਦੀ ਇੱਟ ਦੇ ਨਾਲ ਇੱਟ ਵੀ ਖੜਕਾਏਗਾ। ਤੇ ਉਹ ਬੰਦਾ ਸਿੰਘ ਬਹਾਦਰ ਨੇ ਫਿਰ ਕਰ ਵਿਖਾਇਆ। ਪਰ ਜਿਹੜੀ ਗੱਲ ਹੈ ਕਿ ਕਿਉਂ ਉਹ ਕੁਝ ਕਰਨਾ ਪਿਆ, ਲਾਚਾਰ ਹੋ ਕੇ। ਜਦੋਂ ਕਾਨੂੰਨ ਨੂੰ ਪਾਲਣ ਵਾਲੇ, ਕਾਨੂੰਨ ਦੀਆਂ ਗੱਲਾਂ ਕਰਨ ਵਾਲੇ ਹੀ ਕਾਨੂੰਨ ਤੋਂ ਬਾਹਰ ਜਾਂਦੇ ਹਨ, ਤੇ ਫਿਰ ਆਮ ਲੋਕਾਂ ਦੇ ਮਨਾਂ 'ਚ ਹਕੂਮਤ ਦੇ ਪ੍ਰਤੀ ਬਗਾਵਤ ਪੈਦਾ ਹੁੰਦੀ ਹੀ ਹੁੰਦੀ ਹੈ। ਭਾਵੇਂ ਸੰਸਾਰ ਦਾ ਇਤਿਹਾਸ ਪੜ੍ਹ ਕੇ ਵੇਖ ਲਓ, ਪਹਿਲਾਂ ਵੀ ਇਹ ਕੁਝ ਹੋਇਆ, ਅੱਜ ਵੀ ਹੋ ਰਿਹਾ, ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਕੁਝ ਹੁੰਦਾ ਰਹਿਣਾ ਹੈ। ਜ਼ੁਲਮ ਦੇ ਵਿਰੁੱਧ ਆਵਾਜ਼ ਜ਼ਰੂਰ ਉੱਠਦੀ ਹੈ। ਗੱਲ ਇਹ ਹੈ ਕਿ ਕੌਣ ਉਸ ਵਕਤ ਜ਼ੁਲਮ ਕਰਨ ਵਾਲੇ ਪਾਸੇ ਖੜਾ ਹੈ ਤੇ ਕੌਣ ਜ਼ੁਲਮ ਦੇ ਵਿਰੋਧ ਦੇ ਵਿੱਚ ਖੜਾ ਹੈ। ਤੇ ਸਤਿਗੁਰੂ ਗੁਰੂ ਨਾਨਕ ਦੀ ਸਿੱਖੀ ਦੀ ਤਾਸੀਰ ਇਹ ਹੈ। ਮਹਾਰਾਜ ਨੇ ਬਾਬਰ ਨੂੰ ਜਾਬਰ ਕਿਹਾ ਸੀ, ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਇਹ ਹੈ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੀ ਸਿੱਖੀ, ਜਿੱਥੇ ਨਾ ਜ਼ੁਲਮ ਕਰਨ ਦੀ ਗੱਲ ਹੈ, ਨਾ ਜ਼ੁਲਮ ਸਹਿਣ ਦੀ ਗੱਲ ਹੈ, ਪਰ ਧੱਕੇਸ਼ਾਹੀ ਵਿਤਕਰਾ ਕਿਸੇ ਦੇ ਨਾਲ ਨਹੀਂ ਹੈ। ਗੁਰੂ ਸਾਰਿਆਂ ਦਾ ਸਾਂਝਾ ਹੈ, ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦੀਸੈ
ਬਾਹਰਾ ਜੀਓ। ਧੰਨ ਗੁਰੂ ਕਲਗੀਧਰ ਮਹਾਰਾਜ ਜੀ ਦੀਆਂ ਬੜੀਆਂ ਬਖਸ਼ਿਸ਼ਾਂ ਨੇ। ਆਪਾਂ ਜਿੰਨਾ ਮਰਜ਼ੀ ਸਮਾਂ ਸਤਿਗੁਰਾਂ ਦੀਆਂ ਵਡਿਆਈਆਂ ਕਰਦੇ ਰਹੀਏ, ਗੁਰੂ ਕੀਆਂ ਵਡਿਆਈਆਂ ਦਾ ਕੋਈ ਅੰਤ ਨਹੀਂ ਹੈ। ਪਰ ਲੋੜ ਹੈ ਜੋ ਸਿਧਾਂਤ ਗੁਰੂ ਸਾਨੂੰ ਬਖਸ਼ ਕੇ ਗਏ ਨੇ, ਜਿੱਦਾਂ ਦਾ ਸਾਨੂੰ ਗੁਰੂ ਬਣਾ ਕੇ ਗਏ ਨੇ ਨਾ, ਅਸੀਂ ਉੱਦਾਂ ਦੇ ਬਣੀਏ। ਤੇ ਸਾਡੇ ਗੁਰੂ ਦੀ ਵਡਿਆਈ ਇਹ ਹੈ ਕਿ ਗੁਰੂ ਨੇ ਸਾਨੂੰ ਆਪਣੇ ਵਰਗਾ ਬਣਾਇਆ ਹੈ, ਕਿਸੇ ਦੂਜੇ ਤੀਜੇ ਵਰਗਾ ਨਹੀਂ। ਉਹ ਕਹਿੰਦੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਖਾਲਸਾ ਹੀ ਮੇਰੇ ਲਈ ਸਾਰਾ ਕੁਝ ਹੈ। ਗੁਰੂ ਦੇ ਖਾਲਸੇ ਬਣੀਏ। ਤੇ ਖਾਲਸੇ ਬਣਨ ਦੇ ਲਈ ਸਭ ਤੋਂ ਪਹਿਲੇ ਨੰਬਰ ਤੇ ਹੈ ਅੰਮ੍ਰਿਤ ਦੀ ਦਾਤ ਲੈਣੀ। ਫਿਰ ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਰਹਿਤ ਬਿਨਾ ਨਹਿ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾਂ ਖਾਵੈ। ਸਤਿਗੁਰੂ ਮੇਰ ਕਰਨ। ਧੰਨ ਗੁਰੂ ਕਲਗੀਧਰ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਸਭ ਦੀਆਂ ਝੋਲੀਆਂ 'ਚ ਪੈਣ। ਸਤਿਗੁਰੂ ਤੰਦਰੁਸਤੀਆਂ ਦੀ ਦਾਤ ਬਖਸ਼ਣ। ਜਿਹੜੇ ਸਾਡੇ ਭਰਾ ਮੋਰਚੇ ਤੇ ਬੈਠੇ ਨੇ, ਗੁਰੂ ਕਿਰਪਾ ਕਰੇ ਉੱਥੇ ਵੀ ਫਤਿਹ ਦੀ ਦਾਤ ਬਖਸ਼ਿਸ਼ ਕਰਨ। ਅਸੀਂ ਵੀ ਜਿਵੇਂ ਜਿਵੇਂ ਵੀ ਹੋ ਸਕਦਾ ਹੈ, ਜਿੱਦਾਂ ਜਿੱਦਾਂ ਵੀ ਹੋ ਸਕਦਾ ਹੈ, ਸਭ ਨੇ ਸਹਿਯੋਗ ਪਾਉਣਾ ਹੈ ਤਾਂ ਕਿ ਏਕਤਾ ਬਣੀ ਰਵੇ, ਦ੍ਰਿੜਤਾ ਬਣੀ ਰਵੇ, ਹੌਸਲੇ ਬਣੇ ਰਹਿਣ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਧੰਨਵਾਦ ਧੰਨ ਗੁਰੂ ਗ੍ਰੰਥ ਸਾਹਿਬ ਜੀਆਂ ਦਾ, ਆਪ ਸਮੂਹ ਸੰਗਤਾਂ ਦਾ ਜਿਨ੍ਹਾਂ ਨੇ ਬੜੀ ਇਕਾਗਰਤਾ, ਬੜਾ ਪਿਆਰ ਬਣਾਇਆ। ਪ੍ਰਬੰਧਕ ਸਾਹਿਬਾਨਾਂ ਦਾ ਜਿਹੜੇ ਹਮੇਸ਼ਾ ਹੀ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਸਮਾਂ ਦਿੰਦੇ ਨੇ। ਸਾਰਿਆਂ ਦਾ ਧੰਨਵਾਦ। ਭੁੱਲਾਂ ਨਾ ਚਿਤਾਰਨੀਆਂ। ਫਤਿਹ ਪ੍ਰਵਾਨ।